सुख वैसो संत सज्जन परवार, हर तन खाटियो हर तन खटियो, जाका नाहीं समार। जिसे प्राप्त तिस गुर दे, नानक विरता कोई न होए। नानक विरता कोई न है। परम सत्कार जो गुरु स्वरूप गुरु साध संगत जियो, फतेह अर्ज है वाहिगुरु जी का खालसा, वाहिगुरु जी की फतेह। निरंकार जी किरपा करो साडे ते, हिरदे दे विच वस के, रसना ते वस के, सतगुर सच्चे पातशाह जी मत बुद्ध दे विच वस के गुरु की संगत की सेवा उच्ची सुची आप कराउणी। आओ धन गुरु अर्जन देव महाराज सच्चे पातशाह जी जो अपने उत्ते कृपा कर रहे हैं, उस दे नाल जुड़िए। राग गौड़ी ग्वारेरी महला पंजवा, चौपदे दुपदे इक ओंकार, सतगुर प्रसाद। निरंकार सच्चे पातशाह जी राग गौड़ी दे विच ही गुरेरी चल रही है। ਇਹਦੇ ਵਿੱਚ ਜੋ ਸ਼ਬਦ ਉਚਾਰਨ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਮੈਂ ਪਿਛਲੇ ਅਧਿਆਇ ਦੇ ਵਿੱਚ ਵੀ ਆਪ ਜੀ ਦੇ ਕੋਲ ਬੇਨਤੀ ਕੀਤੀ ਸੀ, ਜਿੰਨੀ ਵੀ ਨਿਰੰਕਾਰ ਸੱਚੇ ਪਾਤਸ਼ਾਹ ਦੀ ਬਾਣੀ ਇਸ ਗੌੜੀ ਰਾਗ ਦੇ ਵਿੱਚ ਹੈ, ਉਪਰੰਤ ਮੈਜੋਰਿਟੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਸੰਸਾਰ ਤੇ ਕਿਰਪਾ ਕੀਤੀ। ਇਹ ਅਰਦਾਸਾਂ ਬੇਨਤੀ ਦੀ ਬਾਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜੀਵਨ ਨੂੰ ਸੇਧ ਦਿੰਦੇ ਨੇ ਕਿ ਹੈ ਭਾਈ ਤੂੰ ਇਸ ਬਾਣੀ ਦੇ ਰਾਹੀਂ ਮਨ ਤਨ ਨੂੰ ਇਕਾਗਰ ਕਰਕੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਪਣ ਹੋ ਕੇ ਅਰਦਾਸ ਕਰ, ਜਨ ਬਣ ਨਿਰੰਕਾਰ ਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ ਦੇਣਗੇ। ਇੱਥੇ ਮਹਾਰਾਜ ਕਹਿੰਦੇ ਨੇ ਇਸ ਜਿਹੜੀ ਸ਼ਬਦ ਦੇ ਵਿੱਚ ਦੋ ਰੂਪ ਆਉਣਗੇ, ਇੱਕ ਚਾਰ ਪਦੇ ਦਾ, ਇੱਕ ਦੋ ਪਦੇ ਦਾ। ਛੋਟਾ ਮੰਗਲ ਨਿਰੰਕਾਰ ਸੱਚੇ ਪਾਤਸ਼ਾਹ ਜੀ ਲਾਉਂਦੇ ਨੇ, ਕਹਿੰਦੇ ਨੇ ਅਕਾਲ ਪੁਰਖ ਨਿਰੰਕਾਰ ਇੱਕ ਹੈ। ਉਸ ਦੀ ਕਿਰਪਾ ਨਾਲ ਅਸੀਂ ਇੱਥੇ ਆਪਣੇ ਉੱਚੇ ਤੇ ਸੁੱਚੇ ਲੇਖ ਉਜਾਗਰ ਕਰਨ ਵਾਸਤੇ ਆਏ ਹਾਂ, ਪਰ ਉਹ ਲੇਖਾਂ ਨੂੰ ਉਜਾਗਰ ਕਰਨ ਦੀ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਗੈਰ ਸਾਨੂੰ ਕੋਈ ਸੋਝੀ ਨਹੀਂ ਦੇ ਸਕਦਾ। ਇਸ ਕਰਕੇ ਸਾਨੂੰ ਸਤਿਗੁਰਾਂ ਦੀ ਕਿਰਪਾ ਦੀ ਅਤਿਅੰਤ ਲੋੜ ਹੈ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤਿਸ ਸਿਉ ਮਨ ਰਚਨਾ। ਨਿਰੰਕਾਰ ਕਿਰਪਾ ਕਰਕੇ ਦੱਸਦੇ ਨੇ, ਕਹਿੰਦੇ ਨੇ ਜੋ ਪਰਾਇਓ, ਜਿਹੜੀ ਚੀਜ਼ ਪਰਾਈ ਹੈ ਸੰਸਾਰ ਦੇ ਉੱਤੇ, ਇੱਥੇ ਤੱਕ ਕਹਿੰਦੇ ਆ ਜਿਹੜਾ ਤੇਰਾ ਤਨ ਵੀ ਹੈ ਇਹ ਵੀ ਭਾਈ ਪਰਾਇਆ ਹੈ। ਇਹਨੂੰ ਤੂੰ ਆਪਣਾ ਕਰਕੇ ਮੰਨ ਕੇ ਬੈਠਾ ਹੈ। ਬੇਸਮਝ ਜੀਵ ਸੁਚੇਤ ਹੋ, ਇਹ ਮਾਇਆ ਦੇ ਮੋਹ ਦੇ ਵਿੱਚੋਂ ਜਾਗ ਨੇ, ਕਿਉਂਕਿ ਇਹ ਤੇਰਾ ਸਰੀਰ ਜਿਹੜਾ ਇਹ ਵੀ ਤੇਰਾ ਆਪਣਾ ਨਹੀਂ ਹੈ। ਜੋ ਤਜ ਛੋੜਨ ਤਿਸ ਸਿਉ ਮਨ ਰਚਨਾ, ਜਿਹੜੀਆਂ ਚੀਜ਼ਾਂ ਤੈਨੂੰ ਮੋਹ ਦੇ ਜਾਲ ਦੇ ਵਿੱਚ, ਮਾਇਆ ਦੇ ਜਾਲ ਦੇ ਵਿੱਚ ਫਸਾ ਕੇ ਇੱਥੇ ਬੈਠੀਆਂ ਨੇ, ਜਿਨ੍ਹਾਂ ਦੇ ਨਾਲ ਭਾਵੇਂ ਤੇਰਾ ਪਰਿਵਾਰ ਵੀ ਹੈ, ਤੇਰਾ ਅਤਿਅੰਤ ਮੋਹ ਪਿਆ ਹੋਇਆ ਹੈ, ਇਹ ਇੱਕ ਦਿਨ ਤੇ ਇੱਥੋਂ ਛੱਡ ਕੇ ਚਲੇ ਜਾਣਾ ਹੈ। ਇਹ ਸਦਾ ਤੇਰੇ ਨਾਲ ਨਹੀਂ ਰਹਿਣ ਵਾਲਾ। ਕਹੂੰ ਗੁਸਾਈ ਮਿਲਿਐ ਕੇ, ਜੋ ਬਿਵਰਜਤ ਤਿਸ ਸਿਉ ਨੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹੋ ਗਸਾਈ ਮਿਲੀਏ ਕਿ ਕਿਹੜੇ ਰੂਪ ਦੇ ਨਾਲ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਕਿਹੜੀ ਰਹਿਮਤ ਹੋਵੇ ਸਾਡੇ ਉੱਤੇ, ਕਿਹੜਾ ਅਸੀਂ ਅਲਫਾਜ਼, ਕਿਹੜੀ ਅਸੀਂ ਦਾਸਤਾਨ ਸਤਿਗੁਰੂ ਨੂੰ ਕਹੀਏ, ਕਿਹੜਾ ਅਸੀਂ ਪਦਾਰਥ ਨਿਰੰਕਾਰ ਦੇ ਚਰਨਾਂ ਦੇ ਵਿੱਚ ਰੱਖੀਏ। ਭਾਈ ਕਿਸ ਤਰ੍ਹਾਂ ਮਿਲੀਏ ਉਹਨੂੰ? ਕਹਿੰਦੇ ਜੋ ਬਿਵਰਜਤ ਤਿਸ ਸਿਉ ਨੇ, ਜਿਹੜੀ ਚੀਜ਼ ਨੇ ਇੱਥੇ ਸਾਡੇ ਨਾਲ ਸਾਥ ਹੀ ਨਹੀਂ ਦੇਣਾ, ਜਿਹਦੇ ਰਾਹੀਂ ਅਸੀਂ परमात्मा तो दूर हो ਰਹੇ ਹਾਂ
ਸਾਡੇ ਵਿੱਚ ਤੇ ਨਿਰੰਕਾਰ 'ਚ ਜਿਹੜੀਆਂ ਮਾਇਆ ਦੀਆਂ ਤੱਤ ਨੇ, ਮਾਇਆ ਦੀਆਂ ਵਸਤੂਆਂ ਨੇ ਦੂਰੀ ਪਾ ਰਹੀਆਂ। ਇਹਨਾਂ ਨਾਲ ਅਸੀਂ ਬਹੁਤ ਨੇਹ ਪ੍ਰੇਮ ਕਰਕੇ ਬੈਠੇ ਹੋਏ ਹਾਂ। ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲਗੈ ਨਾ ਰਾਤੀ। ਕਹਿੰਦੇ ਜਿਹੜੀ ਝੂਠ ਦੀਆਂ ਗੱਲਾਂ ਨੇ ਉਹ ਤੂੰ ਸੱਚ ਕਰਕੇ ਜਾਣਨ ਲੱਗ ਪਿਆ। ਕਿਤੇ ਸਿਆਣੇ ਕਹਿੰਦੇ ਹੁੰਦੇ ਸਨ ਭਈ ਕਿਤੇ ਝੂਠ ਦੀ ਗੱਲ ਨੂੰ 100 ਵਾਰ ਆਖਿਆ ਜਾਵੇ ਉਹ ਵੀ ਸੱਚ ਲੱਗਣ ਲੱਗ ਪੈਂਦੀ ਹੈ ਮਨ ਨੂੰ। ਜੀਵ ਨੂੰ ਜਿਹੜਾ ਸੰਸਾਰ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ, 100 ਵਾਰ ਝੂਠੀ ਗੱਲ ਕੋ ਕਹੀ ਜਾਵੇ ਉਹ ਵੀ ਕਈ ਵਾਰ ਸਾਨੂੰ ਸੱਚੀ ਲੱਗਣੀ ਲੱਗ ਪੈਂਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਈ ਜਿਹੜੀ ਝੂਠੀ ਬਾਤ ਹੈ ਤੂੰ ਉਹਨੂੰ ਸੱਚ ਕਰਕੇ ਜਾਣਨ ਡਿਆ ਆ। ਕਿ ਝੂਠੀ ਬਾਤ ਕੀ ਆ? ਕੀ ਤੂੰ ਸਾਰੀ ਸਦਾ ਇੱਥੇ ਜੀਂਦਾ ਰਹਿਣਾ? ਨਹੀਂ, ਇਹ ਝੂਠੀ ਗੱਲ ਹੈ ਪਰ ਤੂੰ ਇਹਨੂੰ ਸੱਚ ਕਰਕੇ ਮੰਨਿਆ। ਜਿਹੜੀ ਮੌਤ ਉਹ ਸੱਚੀ ਆ, ਉਸ ਨੂੰ ਤੂੰ ਝੂਠ ਕਰਕੇ ਮੰਨਿਆ ਹੋਇਆ ਹੈ। ਸਤ ਹੋਵਣ ਮਨ ਲਾਗੇ ਨਾ ਰਾਤੀ। ਕਹਿੰਦੇ ਜੋ ਕੁਝ ਹੋਣਾ ਹੈ, ਜਿਸ ਵੇਲੇ ਮੌਤ ਨੇ ਸੱਚਮੁੱਚ ਆ ਕੇ ਰਹਿਣਾ ਹੈ, ਉਹ ਮਨ ਨੂੰ ਰਤਾ ਵੀ ਤੂੰ ਬਿਲਕੁਲ ਉਹਦੇ ਕੋਲੋਂ ਬੇਫਿਕਰ ਹੋਇਆ ਹਾਂ। ਤਾਂ ਕਹਿੰਦੇ ਉਹ ਰਤਾ ਭਰ ਵੀ ਟਾਈਮ ਨਹੀਂ ਲਾਉਂਦੀ ਮੌਤ, ਜਿਸ ਵੇਲੇ ਤੈਨੂੰ ਇੱਥੋਂ ਲੈ ਕੇ ਚਲੇ ਜਾਂਦੀ। ਉਹ ਸਤ ਹੋਵਣ, ਉਹ ਸੱਚ ਹੋਣਾ ਹੈ ਤੇ ਮਨ ਉਹਦੇ ਨਾਲ ਰਤਾ ਭਰ ਵੀ ਨਹੀਂ ਲੱਗਾ ਹੋਇਆ। ਜੇ ਕਿਆ ਇਸ ਕਾਰਨ ਕੇ ਸਤਿਗੁਰ ਕਹਿੰਦੇ ਨੇ ਵੀ ਸੁਚੇਤ ਹੋ ਭਾਈ, ਇਹ ਤੇਰਾ ਜੀਵਨ ਵੀ ਜਿਹੜਾ ਝੂਠਾ ਹੈ ਤੇ ਮੌਤ ਸੱਚੀ ਹੈ। ਬਾਵੈ ਮਾਰਗ ਟੇਡਾ ਚਲਨਾ, ਸੀਦਾ ਛੋੜ ਅਪੂਨਾ ਅਪੂਠਾ ਬੁਨਨਾ। ਕਿਹੜੇ ਰੂਪ ਦੇ ਵਿੱਚ ਤੂੰ ਦੁਨੀਆ ਦੇ ਉੱਤੇ ਰਹਿ ਰਿਹਾ ਹਾਂ? ਕਹਿੰਦੇ ਭਾਵੇਂ ਸਹੀ ਮਾਰਗ ਜਿਹੜਾ ਪ੍ਰਮਾਤਮਾ ਦਾ ਮਾਰਗ ਹੈ ਉਹਨੂੰ ਛੱਡ ਕੇ ਤੂੰ ਟੇਢਾ ਚੱਲਣ ਡਿਆ ਆ। ਸਤਿਗੁਰ ਦੇ ਮਾਰਗ ਨੂੰ ਛੱਡ ਕੇ ਤੂੰ ਮਾਇਆ ਦੇ ਮਗਰ ਤੁਰਿਆ ਜਾ ਰਿਹਾ। ਤੇਰੇ ਵਿੱਚ ਤਾਂ ਉਹ ਪ੍ਰਮਾਤਮਾ ਦੇ ਵਿੱਚ ਬੜੀ ਦੂਰੀ ਪੈ ਰਹੀ ਹੈ। ਕਹਿੰਦੇ ਸਿੱਧਾ ਛੱਡ ਕੇ ਤੂੰ ਜਿਹੜੇ ਕਾਰਜਾਂ ਦੇ ਨਾਲ ਪ੍ਰਮਾਤਮਾ ਨੂੰ ਮਿਲਣਾ ਸੀ ਉਹਨਾਂ ਨੂੰ ਛੱਡ ਕੇ ਪੁੱਠਾ ਬੁਣਨਾ ਕਰਨਾ ਸ਼ੁਰੂ ਕਰ ਦਿੱਤਾ। ਸਿੱਧਾ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੁਲਾਣੇ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਵੀ ਜਿਹੜੀ ਬੰਦਗੀ ਕਰਕੇ ਨਿਰੰਕਾਰ ਦੇ ਦਰ ਤੇ ਤੂੰ ਪ੍ਰਵਾਨ ਹੋਣਾ, ਤੂੰ ਤਾਂ ਭਾਈ ਮਾਇਆ ਦੇ ਪਦਾਰਥਾਂ ਦੇ ਵਿੱਚ ਕਾਹਤੇ ਫਸਦਾ ਜਾ ਰਿਹਾ ਹੈ। ਦੁਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਗੁਰਮੁਖ ਪਿਆਰਿਆਂ ਨੂੰ ਤੇ ਮਨਮੁਖਾਂ ਨੂੰ ਦੋਨਾਂ ਨੂੰ ਗਿਆਨ ਦਿੰਦੇ ਨੇ ਤੇ ਕਹਿੰਦੇ ਦੋਹਾਂ ਸਿਰਿਆਂ ਕਾ ਲੋਕ ਪਰਲੋਕ ਦਾ ਸਹਾਇਕ ਉਹ ਖਸਮ ਹੈ, ਉਹ ਪ੍ਰੀਤਮ ਵਾਹਿਗੁਰੂ ਹੈ। ਪਰ ਜਿਸ ਨੂੰ ਮਿਲੇ, ਜਿਹਦੇ ਉੱਤੇ ਨਿਰੰਕਾਰ ਕਿਰਪਾ ਕਰ ਦਿੰਦੇ ਨੇ ਭਾਈ, ਉਹ ਸੰਸਾਰ ਤੋਂ ਮੁਕਤ ਹੋ ਕੇ ਚਲੇ ਜਾਂਦਾ। ਜਿਹੜਾ ਟੇਢਾ ਚੱਲਣ ਡਿਆ ਉਹ ਜੁਨਾਂ ਦੇ ਵਿੱਚ ਭਟਕਦਾ ਹੈ। ਗੌੜੀ ਗੌਰੇਰੀ ਮਹਲਾ ਪੰਜਵਾਂ, ਕਲ ਜੁਗ ਮੈਂ ਮਿਲਿਆ ਸੰਜੋਗ, ਜਿਚਰ ਆਗਿਆ ਤਿਚਰ ਭੋਗੈ ਭੋਗ। ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਬੈਠੇ ਨੇ। ਉੱਥੇ ਸੰਗਤ ਆਈ ਤਾਂ ਉਹਨਾਂ ਨੇ ਆਣ ਕੇ ਦੱਸਿਆ ਮਹਾਰਾਜ ਵੀ ਫਲਾਣੇ ਨਗਰ ਦੇ ਵਿੱਚ ਇੱਕ ਜੀਵ ਮਰ ਗਿਆ, ਤਾਂ ਉਸ ਦੀ ਜਿਹੜੀ ਔਰਤ ਹੈ, ਜਿਹੜੀ ਉਹਦੇ ਘਰ ਵਾਲੀ, ਉਸ ਨੂੰ ਵੀ ਨਾਲ ਹੀ ਸਤੀ ਕਰ ਦਿੱਤਾ, ਜੀਂਦੀ ਨੂੰ ਸਾੜ ਦਿੱਤਾ। ਪਿਛਲੇ ਸਮੇਂ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਇਹ ਰੋਹ ਰੀਤਾਂ ਚੱਲਦੀਆਂ ਸਨ ਵੀ ਜਿਸ ਵੇਲੇ ਵੀ ਕਿਸੇ ਬੱਚੀ ਦਾ ਸਿਰ ਦਾ ਸਾਈਂ ਚੜਾਈ ਕਰ ਜਾਂਦਾ ਸੀ, ਉਸ ਨੂੰ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਹੁੰਦਾ ਸੀ। ਉਸ ਨੂੰ ਪਹਿਲਾਂ ਉਹਦੇ ਚਿੱਟੇ ਕੱਪੜੇ ਪਾਉਣੇ, ਇੱਥੇ ਤੱਕ ਉਹਦਾ ਸਿਰ ਵੀ ਮੁੰਨ ਦਿੱਤਾ ਜਾਂਦਾ ਹੁੰਦਾ ਸੀ। ਫਿਰ ਕੀ ਕਰਦੇ ਹੁੰਦੇ ਸਨ, ਜਿਹੜੀ ਬੱਚੀ ਸਤੀ ਹੋਣਾ ਨਹੀਂ ਸੀ ਚਾਹੁੰਦੀ, ਉਹਨੂੰ ਧੱਕੇ ਦੇ ਨਾਲ ਲੈ ਕੇ ਚਲੇ ਜਾਂਦੇ ਸਨ ਉਸ ਜਗ੍ਹਾ ਦੇ ਉੱਤੇ, ਸ਼ਮਸ਼ਾਨ ਘਾਟ ਦੇ ਵਿੱਚ। ਤੇ ਜਿਹੜੇ ਵੱਡੇ ਵੱਡੇ ਮੂਰਖ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਧਨਵਾਨ ਅਖਾਉਂਦੇ ਸਨ, ਉਹ ਫਿਰ ਕੀ ਕਰਿਆ ਕਰਦੇ ਸਨ, ਬੱਚੀ ਨੂੰ ਧੱਕੇ ਦੇ ਨਾਲ ਉਸ ਜੀਵ ਦੇ ਨਾਲ ਪਾ ਦਿੰਦੇ ਸਨ, ਹੱਥ ਪੈਰ ਬੰਨ੍ਹ ਵੀ ਦਿੰਦੇ ਹੁੰਦੇ ਸਨ। ਤੇ ਤਕੜੇ ਤਕੜੇ ਜਵਾਨ ਲੈ ਕੇ ਆਉਣੇ ਤਾਂ ਉਹਨਾਂ ਦੇ ਹੱਥ ਦੇ ਵਿੱਚ ਬਾਂਸ ਦੇ ਡੰਡੇ ਦੇ ਦੇਣੇ, ਤਾਂ ਵੀ ਇਹ ਜਿਹੜੀ ਇਸਤਰੀ ਆ ਇਹਨੂੰ ਦਬਾ ਕੇ ਰੱਖਣਾ। ਨਾਲ ਉੱਥੇ ਉਹਨਾਂ ਨੇ ਢੋਲ ਵਜਾਉਣ ਵਾਲਿਆਂ ਨੂੰ ਬੇਨਤਾਂ ਨੂੰ ਲੋੜਾ ਵੀ ਤੁਸੀਂ ਢੋਲ ਇੰਨੀ ਉੱਚੀ ਵਜਾਉਣਾ ਕਿ ਇਸ ਦੀਆਂ ਚੀਕਾਂ ਦੀ ਆਵਾਜ਼ ਕਿਤੇ ਨਾ ਸੁਣੇ ਭਾਈ। ਇਹ ਬੜੀਆਂ ਭਿਆਨਕ ਰੋਹ ਰੀਤਾਂ ਉੱਥੇ ਸਨ।
ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਰੋਹ ਰੀਤ ਨੂੰ ਖਤਮ ਕੀਤਾ, ਕਿਉਂਕਿ ਜਿਸ ਔਰਤ ਦਾ ਇਦੂ ਸੰਸਾਰ ਦੇ ਉੱਤੇ ਕਿਤੇ ਵੀ ਸਤਿਕਾਰ ਨਹੀਂ ਸੀ ਹੋ ਰਿਹਾ, ਮਾੜੇ ਤੋਂ ਮਾੜਾ ਕਰਮ ਉਹਦੇ ਨਾਲ ਕੀਤਾ ਜਾਂਦਾ ਹੁੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਜਗ੍ਹਾ ਦੇ ਉੱਤੇ ਜਾ ਕੇ, ਜਿੱਥੇ ਇਹ ਰਸਮ ਬਹੁਤ ਪ੍ਰਚਲਿਤ ਸੀ, ਉੱਥੇ ਜਾ ਕੇ ਵੀ ਸਤਿਗੁਰਾਂ ਨੇ ਗਿਆਨ ਦਿੱਤਾ। ਕਹਿੰਦੇ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ। ਉਹਨਾਂ ਨੂੰ ਸਤੀਆਂ ਨਾ ਆਖੋ ਜਿਹੜੀਆਂ ਮੜੀਆਂ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਤੁਸੀਂ ਪਾ ਦਿੰਦੇ ਹਾਂ। ਨਾਨਕ ਸਤੀਆਂ ਜਾਣੀਆਂ ਨੇ ਜੇ ਬਿਰਹੇ ਚੋਟ ਮਰਨ। ਕਹਿੰਦੇ ਅਸਲੀ ਸਤੀਆਂ ਉਹ ਨੇ ਜਿਹੜੇ ਪ੍ਰੀਤਮ ਤੋਂ ਟੁੱਟ ਕੇ ਉਹਨਾਂ ਨੂੰ ਬਿਰਹੋ ਬਹੁਤ ਦੁਖਦਾਇਕ, ਇੱਥੇ ਤੱਕ ਇੰਨਾ ਉਹਨਾਂ ਨੂੰ ਦੁੱਖ ਲੱਗਦਾ ਕਿ ਉਹ ਇਸ ਤਰ੍ਹਾਂ ਉਹਨਾਂ ਦੀ ਆਤਮਾ ਮਰ ਜਾਂਦੀ ਹੈ। ਕਹਿੰਦੇ ਉਹਨਾਂ ਨੂੰ ਸਤੀਆਂ ਕਹਿਣਾ ਜਿਹੜਾ ਹੈ ਇੱਥੇ ਠੀਕ ਕਿਹਾ ਹੈ, ਪਰ ਜਿਹੜੀਆਂ ਤੁਸੀਂ ਇਹਨਾਂ ਸਤੀਆਂ ਕਰ ਰਹੇ ਹੋ ਉਹ ਇਹ ਸਤੀਆਂ ਨਹੀਂ ਹਨ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਕਿ ਭਾਈ ਖਿਆਲ ਕਰੋ, ਇਹ ਜਿਹੜਾ ਤੁਸੀਂ ਕਰ ਰਹੇ ਹੋ ਸਭ ਕੁਝ ਇਹ ਤੋਂ ਠੀਕ ਨਹੀਂ ਹੈ। ਪਰ ਕੀ ਕਰਿਆ ਕਰਦੇ ਸਨ? ਮਹਾਰਾਜ ਨੇ ਇੱਕ ਗਿਆਨ ਦਿੱਤਾ ਆਪਾਂ ਨੂੰ। ਕਹਿੰਦੇ ਇਹ ਵੀ ਇੱਥੇ ਤੱਕ ਹੁੰਦਾ ਸੀ ਕਿ ਇਹ ਬੱਚੀ ਨੂੰ ਧੱਕੇ ਨਾਲ ਜਿਸ ਵੇਲੇ ਉੱਥੇ ਉਹਨਾਂ ਨੇ ਨਾਲ ਫੂਕਣਾ ਤੇ ਲੋਕਾਂ ਨੂੰ ਦੱਸਦੇ ਹੁੰਦੇ ਸੀ ਇਹ ਆਪਣੇ ਆਪ ਰਾਜੀ ਹੋਈ ਹੈ, ਤਿਆਰ ਹੋਈ ਹੈ, ਪਰ ਉਹਨੂੰ ਬੜੇ ਡਰਾਵੇ ਦਿੱਤੇ ਜਾਂਦੇ ਸਨ। ਤਾਂ ਉਹਦੇ ਹੱਥ ਦੇ ਵਿੱਚ ਦੀਵਾ ਫੜਾਇਆ ਜਾਂਦਾ ਹੁੰਦਾ ਸੀ, ਮੋਰੇ ਉਹਦੇ ਪਤੀ ਦੀ ਲਾਸ਼ ਜਾ ਰਹੀ ਹੁੰਦੀ ਸੀ ਸ਼ਮਸ਼ਾਨ ਘਾਟ ਨੂੰ, ਉਹ ਮਗਰ ਹੱਥ ਦੇ ਵਿੱਚ ਦੀਵਾ ਜਗਦਾ ਲੈ ਕੇ ਜਾ ਰਹੇ ਹੁੰਦੇ ਸੀ ਵੀ ਇਸ ਦੀਵੇ ਦੇ ਨਾਲ ਮੈਂ ਇਸ ਨੂੰ ਅੱਗ ਦਵਾਂਗੀ। ਇਸ ਜਿਹੜੀ ਉੱਤੇ ਜਿਸ ਵੇਲੇ ਉਹਨੂੰ ਲੱਕੜਾਂ ਦੇ ਵਿੱਚ ਚੜ੍ਹ ਦਿੱਤਾ ਗਿਆ, ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਗੱਲ ਕੀਤੀ। ਕਹਿੰਦੇ ਵੀ ਜੇ ਤੂੰ ਦੀਵੇ ਦੇ ਨਾਲ ਸੜਨਾ ਚਾਹੁੰਦਾ ਉਦੋਂ ਸੜ ਜਿਸ ਵੇਲੇ ਤੇਰੇ ਕੋਲੋਂ ਪ੍ਰਮਾਤਮਾ ਵਿਛੜ ਜਾਵੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸੂਰਮਿਆਂ ਦੇ ਰੂਪ ਦੇ ਵਿੱਚ ਵੀ ਸਤੀਆਂ ਨੂੰ ਇੱਕ ਆਖਿਆ ਹੈ। ਗੁਰੂ ਜੀ ਕਹਿੰਦੇ ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਚੇ ਭਾਂਡੇ, ਡਗਮਗ ਛੋੜ ਰੇ ਮਨ ਬੋਰਾ। ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਧੋਰਾ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਇਹ ਸ਼ਬਦ ਹੈ ਭਗਤ ਕਬੀਰ ਜੀ ਦਾ। ਕਹਿੰਦੇ ਨੇ ਕਾਮ ਕ੍ਰੋਧ ਮਾਇਆ ਕੇ ਲੀਨੇ ਇਹ ਬਿਦ ਜਗਤ ਬਿਗੋਤਾ। ਕਹਿੰਦੇ ਇਹ ਜਿਹੜੇ ਫਸੇ ਹੋਏ ਨੇ, ਜਿਹੜੇ ਧੱਕਾ ਕਰ ਰਹੇ ਨੇ, ਇਹ ਤਾਂ ਕਾਮ ਕ੍ਰੋਧ ਹੰਕਾਰ ਦੇ ਵਿੱਚ ਫਸੇ ਹੋਏ ਨੇ, ਹਨੇਰੇ ਦੇ ਵਿੱਚ ਨੇ, ਅੰਨੇ ਨੇ, ਇਹਨਾਂ ਨੂੰ ਗਿਆਨ ਕੋਈ ਨਹੀਂ। ਇਹਨਾਂ ਨੂੰ ਆਪਣੇ ਆਪ ਦੇ ਉੱਤੇ ਹੀ ਸਭ ਕੁਝ ਆਪਣੇ ਆਪ ਨੂੰ ਹੀ ਮਹਿਸੂਸ ਕਰਦੇ ਨੇ। ਕਹਿ ਕਬੀਰ ਰਾਜਾ ਰਾਮ ਨਾ ਛੱਡੂ, ਸਗਲ ਊਚ ਤੇ ਊਚਾ। ਕਹਿੰਦੇ ਮੈਂ ਉਹ ਪ੍ਰੀਤਮ ਵਾਹਿਗੁਰੂ ਨੂੰ ਨਹੀਂ ਛੱਡੂਗਾ। ਤੇ ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਹੀ ਸਤੀਆਂ ਦੀ ਹੀ ਗੱਲ ਕੀਤੀ ਹੈ। ਸੋ ਜਿਸ ਵੇਲੇ ਇਹ ਰੋਹ ਰੀਤਾਂ ਚੱਲਦੀਆਂ ਸਨ, ਸਤਿਗੁਰਾਂ ਨੇ ਕਿਰਪਾ ਕੀਤੀ ਸੰਸਾਰ ਦੇ ਉੱਤੇ, ਇਹਨਾਂ ਨੂੰ ਖਤਮ ਕੀਤਾ। ਆਹ ਜਿਹੜਾ ਸ਼ਬਦ ਹੈ, ਜਦੋਂ ਗੁਰੂ ਕੀ ਸੰਗਤ ਨੇ ਆਣ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਨਿਰੰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਇਹ ਸ਼ਬਦ ਉੱਤੇ ਵੀ ਉਚਾਰਨ ਕੀਤਾ। ਕਲਯੁਗ ਮੈਂ ਮਿਲ ਆਏ ਸੰਜੋਗ। ਇਸ ਕਲਯੁਗ ਦੇ ਵਿੱਚ ਪੂਰੇ ਸੰਜੋਗਾਂ ਦੇ ਕਾਰਨ ਕਰਕੇ ਅਸੀਂ ਇਹ ਸੰਸਾਰ ਤੇ ਆਏ ਤੇ ਸਾਡਾ ਆਪਣੇ ਪਤੀ ਦੇ ਨਾਲ ਮਿਲਾਪ ਹੋਇਆ। ਜੇ ਚਿਰ ਆ ਗਿਆ ਤੇ ਚਿਰ ਭੋਗਿਆ ਭੋਗ। ਕਹਿੰਦੇ ਜਿੰਨਾ ਚਿਕਰ ਅਕਾਲ ਪੁਰਖ ਨੇ ਸਾਡੇ ਸੰਜੋਗਾਂ ਦਾ ਸਮਾਂ ਲਿਖਿਆ ਸੀ, ਉਹਨਾਂ ਚਿਕਰ ਅਸੀਂ ਇੱਕ ਦੂਜੇ ਦੇ ਨਾਲ ਭੋਗਦੇ ਰਹੇ। ਜਲੇ ਨਾ ਪਾਈਐ RAM ਸਨੇਹੀ, ਕਿਰਤ ਸੰਜੋਗ ਸਤੀ ਉਠ ਹੋਈ। ਇਸ ਨੇ ਸਤਿਗੁਰਾਂ ਨੇ ਦੂਜੀ ਦਾ ਗਿਆਨ ਵੀ ਲਿਆ। ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸਨ ਉਹ ਕਹਿੰਦੇ ਭਾਈ ਅਸੀਂ ਇਸ ਨੂੰ ਸਤੀ ਤਾਂ ਕਰਦੇ ਹਾਂ ਕਿ ਅਗਲੀ ਜੂਨ ਦੇ ਵਿੱਚ ਇੱਕ ਦੂਜੇ ਦੇ ਨਾਲ ਵੀ ਮਿਲ ਜਾਣ। ਪਰ ਇਹ ਹੁੰਦਾ ਨਹੀਂ ਹੈ, ਕਿਉਂਕਿ ਮਿੱਟੀ ਦੀ ਢੇਰੀ ਕਿਸ ਆਤਮਾ ਵਿੱਚੋਂ ਨਿਕਲ ਕੇ ਮਿੱਟੀ ਦੀ ਢੇਰੀ ਉਹ ਜਾ ਕੇ ਗਾਹਾਂ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿੱਦਾਂ ਉਸਨੇ ਬਣਨਾ, ਆਤਮਾ ਨੂੰ ਕਿਹੜੇ ਰੂਪ ਦੇ ਵਿੱਚ ਮਹਾਰਾਜ ਨੇ ਦੁਬਾਰਾ ਸੰਸਾਰ ਤੇ ਭੇਜਣਾ। ਫਿਰ ਸਤਿਗੁਰੂ ਕਹਿੰਦੇ ਨੇ ਵੀ ਭਾਈ ਨਾ ਇਸ ਤਰ੍ਹਾਂ ਇਹਦਾ ਪਤੀ ਪ੍ਰਮਾਤਮਾ ਨੂੰ ਮਿਲਣਾ ਤੇ ਨਾ ਹੀ ਇਹਦਾ ਜਿਹੜਾ ਹੁਣ ਪਤੀ ਹੈ ਸਹੀ ਪਤੀ ਜਿਹੜਾ ਉਹ ਵੀ ਨਹੀਂ ਮਿਲਣਾ ਜਿਹਦੇ ਨਾਲ ਤੁਸੀਂ ਨੂੰ ਪਾ ਰਹੇ ਹੋ। ਕਹਿੰਦੇ ਜਲੇ ਨਾ ਪਾਈਏ RAM ਸਨੇਹੀ। ਕਹਿੰਦੇ ਇਸ ਤਰ੍ਹਾਂ ਮੜੀਆਂ ਦੇ ਵਿੱਚ ਜਲਣ ਦੇ ਨਾਲ ਉਹ ਪ੍ਰੀਤਮ ਨਹੀਂ ਮਿਲ ਸਕਦਾ। ਕਿਰਤ ਸੰਜੋਗ ਸਤੀ ਉਠ ਹੋਈ। ਕਿਹੜੇ ਕਰਮਾਂ ਕਾਰਨ ਕਰਕੇ
ਕਿਹੜੇ ਭੈੜੇ ਕਰਮ ਨੇ ਉਹਨਾਂ ਦਾ ਸਾਨੂੰ ਦੱਸੋ, ਜਿਹਦੇ ਕਰਕੇ ਤੁਸੀਂ ਇਸ ਨੂੰ ਸਤੀ ਕਰ ਰਹੇ ਹੋ। ਰਹਾਉ ਦੇਖਾ ਦੇਖੀ ਮਨ ਹਠ ਜਲ ਜਾਈਐ, ਪ੍ਰੈ ਸੰਗ ਨ ਪਾਵੈ ਬਹੁ ਜੋਨ ਪਵਾਈਐ। ਕਈ ਇਸ ਤਰ੍ਹਾਂ ਹੁੰਦੀਆਂ ਸਨ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜੇ ਅਸੀਂ ਆਪਣੇ ਆਪ ਨਾ ਇਸ ਦੇ ਨਾਲ ਸਤੀ ਹੋਈਆਂ ਤਾਂ ਇਨੀ ਧੱਕੇ ਦੇ ਨਾਲ, ਢੋਲਾਂ ਦੇ ਨਾਲ ਸਾਡੀਆਂ ਚੀਕਾਂ ਨਹੀਂ ਸੁਣ ਦੇਣੀਆਂ, ਬਾਂਸ ਦੇ ਡੰਡਿਆਂ ਨਾਲ ਸਾਨੂੰ ਦੱਬ ਕੇ ਰੱਖ ਲੈਣਾ, ਪਰ ਇਨੀ ਫੇਰ ਵੀ ਸਾਨੂੰ ਫੂਕ ਹੀ ਦੇਣਾ। ਇਸ ਕਰਕੇ ਉਹ ਵਿਚਾਰੀਆਂ ਇਸ ਮਨ ਨੂੰ ਮਾਰ ਲੈਂਦੀਆਂ ਹੁੰਦੀਆਂ ਸਨ। ਉਹਨਾਂ ਨੂੰ ਪਤਾ ਸੀ ਵੀ ਇਹ ਭਿਆਨਕ ਦੁੱਖ ਹੁਣ ਸਾਨੂੰ ਸਹਿਣਾ ਪੈਣਾ। ਸੋ ਇਸ ਕਰਕੇ ਦੇਖਾ ਦੇਖੀ, ਉਹ ਕਹਿੰਦੇ ਸੀ ਜਿਹੜੀ ਦੂਸਰੀ ਔਰਤ ਹੈ ਉਸ ਨੇ ਮਨ ਨੂੰ ਮਾਰ ਕੇ ਆਪਣੇ ਆਪ ਨੂੰ ਨਾਲ ਜਲਾਤਾ, ਤੇ ਸਾਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ, ਨਹੀਂ ਤਾਂ ਇਹ ਸੰਸਾਰ ਵਾਲੇ ਸਾਨੂੰ ਪਤਾ ਨਹੀਂ ਜੀਣ ਦੇਣਗੇ ਕਿ ਨਹੀਂ ਦੇਣਗੇ, ਸਾਡਾ ਬੁਰਾ ਹਾਲ ਕਰਨਗੇ। ਸੋ ਇਸ ਕਰਕੇ ਦੇਖਾ ਦੇਖੀ ਮਨ ਹੱਠ ਜਲ ਜਾਈਏ, ਕਹਿੰਦੀਆਂ ਉਹ ਵਿਚਾਰੀਆਂ ਫਸੀਆਂ ਹੋਈਆਂ ਆਪ ਮਨ ਨੂੰ ਮਾਰ ਕੇ ਉਹ ਸਤੀਆਂ ਹੋ ਜਾਂਦੀਆਂ ਸਨ। ਪ੍ਰੈ ਸੰਗ ਨਾ ਪਾਵੇ ਬਹੁ ਜੋਨੀ ਪਵਾਈਆ, ਕਹਿੰਦੇ ਉਹਨੂੰ ਪਤੀ ਦੇ ਨਾਲ, ਉਹਦੇ ਨਾਲ ਜਿਹਦੇ ਕਾਰਨ ਜਿਹਦੇ ਨਾਲ ਪਾ ਕੇ ਉਹਨੂੰ ਸਤੀ ਕੀਤਾ ਜਾਂਦਾ, ਉਹ ਨਹੀਂ ਮਿਲਦਾ ਉਹਨੂੰ, ਤੇ ਉਹ ਤਾਂ ਫਿਰ ਅਨੇਕਾਂ ਜੂਨਾਂ ਦੇ ਵਿੱਚ ਭਟਕਦੀ ਫਿਰਦੀ ਹੈ ਆਤਮਾ ਸੰਸਾਰ ਦੇ ਉੱਤੇ। ਸੀਲ ਸੰਜਮ ਪ੍ਰੈ ਆਗਿਆ ਮਾਨੈ, ਤਿਸ ਨਾਰੀ ਕੋ ਦੁਖ ਨਾ ਜਮਾਨੈ। ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਨਾਲ ਹੀ ਗਿਆਨ ਦਿੰਦੇ ਨੇ, ਕਹਿੰਦੇ ਜਿਹੜੀ ਉਹ ਇਸਤਰੀ ਜਿਹੜੀ ਸੋਹਣੇ ਸੁਭਾਅ ਵਾਲੀ ਹੋਵੇ, ਸੀਲ ਨੇਕ ਸੁਭਾਅ ਹੋਵੇ ਔਰ ਸੰਜਮ ਦੇ ਵਿੱਚ ਉਹਦਾ ਜੀਵਨ ਬਤੀਤ ਹੋਵੇ, ਆਪਣੇ ਪ੍ਰੀਤਮ ਪਤੀ ਦੀ ਆਗਿਆ ਮੰਨਦੀ ਹੋਵੇ, ਉਸ ਨਾਰੀ ਨੂੰ ਇਦੂ ਜ਼ਮਾਨੇ ਦੇ ਵਿੱਚ ਸੰਸਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਦੁੱਖ ਨਹੀਂ ਪ੍ਰਾਪਤ ਹੋਵੇਗਾ। ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਜਿਸ ਇਸਤਰੀ ਨੇ ਉਹ ਪ੍ਰੀਤਮ ਵਾਹਿਗੁਰੂ ਨੂੰ, ਸੱਚੇ ਪਾਤਸ਼ਾਹ ਨੂੰ, ਨਿਰੰਕਾਰ ਨੂੰ, ਆਪਣਾ ਪਾਰ ਬ੍ਰਹਮ ਨੂੰ ਆਪਣਾ ਸਹੀ ਪਤੀ ਇਦੂ ਸੰਸਾਰ ਦੇ ਉੱਤੇ ਕਰ ਮੰਨ ਲਿਆ, ਉਸ ਨੂੰ ਸਹੀ ਪਤੀ ਜਾ ਕਰਕੇ ਜਾਣਿਆ, ਕਹਿੰਦੇ ਉਹ ਧਨ ਸਤੀ ਹੈ। ਉਹ ਧਨ ਸਤੀ ਹੈ ਕਿਉਂਕਿ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ। ਗੌੜੀ ਗੌਰੇਰੀ ਮਹਲਾ ਪੰਜਵਾਂ, ਹਮ ਤਨਵੰਤ ਪਾਗਠ ਸਚ ਨਾਏ, ਹਰ ਗੁਣ ਗਾਵੇ ਸਹਿਜ ਸੋ ਪਾਏ। ਅੱਜ ਜਿਹੜੇ ਜਿੰਨੇ ਵੀ ਸ਼ਬਦ ਆਉਂਦੇ ਨੇ ਇਹਨਾਂ ਦੇ ਉਥਾਨ ਬੰਨਣੀ ਜ਼ਿਆਦਾ ਜ਼ਰੂਰੀ ਹੈ ਭਾਈ, ਕਿਉਂਕਿ ਫਿਰ ਆਪਾਂ ਨੂੰ ਪਤਾ ਲੱਗ ਜੂ ਇਹ ਨਿਰੰਕਾਰ ਕਿਸ ਤਰ੍ਹਾਂ ਸਾਡੇ ਤੇ ਕਿਰਪਾ ਕਰ ਰਹੇ ਨੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਮੋਹਨ ਜੀ ਦੇ ਕੋਲੋਂ ਪੋਥੀਆਂ ਲੈ ਕੇ ਆਏ ਨੇ, ਸਾਖੀ ਤੁਸੀਂ ਇਹ ਸੁਣੀ, ਬਹੁਤ ਵਾਰ ਸੁਣੀ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜੀਆਂ ਪੋਥੀਆਂ ਲਿਆ ਕੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਦੁੱਖ ਭੰਜਨੀ ਦੇ ਨਾਲ, ਥੜਾ ਸਾਹਿਬ ਹੈ ਤੁਸੀਂ ਦੇਖਿਆ ਹੋਏਗਾ, ਇੱਕ ਇਧਰ ਬੇਰੀ ਆ ਦੁੱਖ ਭੰਜਨੀ ਦੀ, ਜਦੋਂ ਆਪਾਂ ਤੁਰਦੇ ਹਾਂ ਨਾਲ ਇੱਕ ਉਹਨਾਂ ਨੇ ਕਮਰਾ ਬਣਾਇਆ ਜਿਹਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ, ਨਾਲ ਹੀ ਉਹ ਥੜਾ ਸਾਹਿਬ ਹੈ ਜਿਹਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠਿਆ ਕਰਦੇ ਸਨ। ਪਰ ਇਹਦੂ ਥੜੇ ਦੇ ਉੱਤੇ ਸਭ ਤੋਂ ਪਹਿਲਾਂ ਇਹ ਪੋਥੀਆਂ ਪ੍ਰਕਾਸ਼ ਹੋਈਆਂ, ਜਿਹੜੀਆਂ ਪੋਥੀਆਂ ਗੋਇੰਦਵਾਲ ਸਾਹਿਬ ਤੋਂ ਲਿਆਂਦੀਆਂ ਗਈਆਂ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਇਹ ਪੋਥੀਆਂ ਨੂੰ ਪ੍ਰਕਾਸ਼ ਕੀਤਾ, ਨਮਸਕਾਰ ਕੀਤੀ, ਸਤਿਗੁਰ ਨੇ ਡੰਡੌਤ ਕਰਨ ਤੋਂ ਬਾਅਦ ਜਿਸ ਵੇਲੇ ਇਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਗਿਆਨ ਲੈਣਾ ਸ਼ੁਰੂ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਹੁਤ ਭਾਵੁਕ ਹੋ ਗਏ, ਬੜੇ ਪ੍ਰੇਮ ਦੇ ਵਿੱਚ ਆਏ। ਤੇ ਫਿਰ ਸੰਗਤ ਨੂੰ ਇਹ ਸ਼ਬਦ ਉਚਾਰਨ ਕਰਕੇ ਕਹਿੰਦੇ ਨੇ, ਹਮ ਧਨਵੰਤ ਭਾਗਟ ਸੱਚ ਨਾਏ, ਅਸੀਂ ਅਸਲ ਵਿੱਚ ਅੱਜ ਭਾਗਾਂ ਵਾਲੇ ਬਣੇ ਹਾਂ, ਅਸੀਂ ਅੱਜ ਧਨ ਬਣੇ ਹਾਂ। ਕਿਉਂ? ਹਰ ਗੁਣ ਗਾਵੇ ਸਹਿਜ ਸੁਆਏ, ਅਸੀਂ ਬਹੁਤ ਵੱਡੇ ਧਨਾੜ ਬਣ ਗਏ ਹਾਂ ਅੱਜ ਸਤਿਗੁਰ ਦੀ ਉਹ ਕਾਰਨ ਕਿ ਹਰੀ ਪਰਮਾਤਮਾ ਦੇ ਗੁਣ ਗਾਉਣ ਦਾ ਸਾਨੂੰ ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ। ਅਸੀਂ ਹੁਣ ਸਹਿਜ ਸੁਆਏ ਸੁਤੇ ਸਿੱਧ ਹੀ ਇਹ ਪੋਥੀਆਂ ਦੇ ਦਰਸ਼ਨ ਕਰਦੇ ਸਾਰੀ ਅਸੀਂ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਹਾਂ ਔਰ ਗਾਉਂਦੇ ਹਾਂ। ਰਹਾਓ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਇਹ ਸੰਗਤ ਜੀ ਅੱਜ ਮੈਨੂੰ ਪਿਓ ਦਾ, ਦਾਦੇ ਦਾ, ਦਾਦਾ ਨਾਨਾ ਕਹਿੰਦੇ ਉਹ ਸਾਰਿਆਂ ਦਾ ਖਜ਼ਾਨਾ ਮੈਨੂੰ ਪ੍ਰਾਪਤ ਹੋ ਗਿਆ। ਆਖਣ ਲੱਗੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਮਾਲਕ ਨੇ, ਪ੍ਰਤਪਾਲਕ ਨੇ, ਧੰਨ ਧੰਨ ਗੁਰੂ ਅਰਜਨ ਦੇਵ, ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਦੀ
ਉਚਾਰਨ ਕੀਤੀ ਹੋਈ ਬਾਣੀ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ, ਕਿਰਪਾ ਕੀਤੀ ਹੋਈ ਸੰਸਾਰ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ, ਜਿਹੜੇ ਸਾਡੇ ਨਾਨੇ ਹਨ ਤੇ ਸਾਡੇ ਪਿਤਾ ਗੁਰਦੇਵ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਅਕਾਲ ਪੁਰਖ ਧਰੋਂ ਬਾਣੀ ਲੈ ਕੇ ਆਏ ਨੇ, ਉਸ ਬਾਣੀ ਦਾ ਖਜ਼ਾਨਾ ਅੱਜ ਸਾਨੂੰ ਮਿਲ ਗਿਆ। ਅਸੀਂ ਹੁਣ ਉਹਨੂੰ ਖੋਲ ਕੇ ਦੇਖਿਆ, ਪੋਥੀਆਂ ਨੂੰ ਪ੍ਰਕਾਸ਼ ਕਰਕੇ ਦੇਖਿਆ, ਤਾਂ ਮੇਰਾ ਮਨ ਹੈ ਜਿਹੜਾ ਮੇਰੇ ਮਨ ਦੇ ਉੱਤੇ ਐਡਾ ਪ੍ਰਭਾਵ ਪਿਆ ਕਿ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੇ ਖਜ਼ਾਨੇ ਬਖਸ਼ ਦਿੱਤੇ। ਰਤਨ ਲਾਲ ਜਾਂ ਕਾ ਕਛੁ ਨ ਮੋਲ, ਪਰੇ ਭੰਡਾਰ ਅਖੂਟ ਅਤੋਲ। ਕਹਿੰਦੇ ਨੇ ਰਤਨ ਕਹਿੰਦੇ ਨੇ ਵਿਰਾਗ ਸੰਬੰਧੀ ਬਚਨ, ਉਹ ਰਤਨ ਹੁੰਦੇ ਨੇ ਭਾਈ। ਪ੍ਰੇਮ ਸੰਬੰਧੀ ਬਚਨ ਲਾਲ ਹੁੰਦੇ ਨੇ, ਭਗਤੀ ਸੰਬੰਧੀ ਬਚਨ ਮਣੀਆਂ ਹੁੰਦੀਆਂ ਨੇ, ਨਾਮ ਸੰਬੰਧੀ ਬਚਨ ਹੀਰੇ ਹੁੰਦੇ ਹਨ, ਸ਼ੁੱਧਤਾ ਸੰਬੰਧੀ ਬਚਨ ਮੋਤੀ ਹੁੰਦੇ ਨੇ, ਗਿਆਨ ਸੰਬੰਧੀ ਬਚਨ ਜਵਾਹਰ ਹੁੰਦੇ ਨੇ। ਕਹਿੰਦੇ ਇਹ ਜਿਹੜੇ ਸਾਡੇ ਅੰਦਰ ਦੇ ਤੱਤ ਨੇ, ਜਾਂ ਜੇ ਇੱਕ ਹੋਰ ਪਾਸੇ ਦੁਨਿਆਵੀ ਦੇਖਾਂਗੇ, ਕਹਿੰਦੇ ਜਿਹੜੇ ਲਾਲ ਨੇ, ਹੀਰੇ ਨੇ, ਮੋਤੀ ਨੇ, ਸੰਸਾਰ ਦੀ ਮਾਇਆ, ਇਹ ਇਸ ਦੇ ਬਰੋਬਰ ਤੁਛ ਹੈ। ਕੁਛ ਵੀ ਇਹਦਾ ਮੁੱਲ ਨਹੀਂ ਪਾ ਸਕਦੀ ਇਸ ਖਜ਼ਾਨੇ ਦਾ। ਤੇ ਨਾਲ ਇਹ ਕਹਿੰਦੇ ਨੇ ਵਿਰਾਗ ਜਿਹੜਾ ਹੈ, ਪ੍ਰੇਮ ਜਿਹੜਾ ਹੈ, ਭਗਤੀ ਹੈ, ਨਾਮ ਹੈ, ਔਰ ਜਿਹੜੀ ਸ਼ੁੱਧਤਾ ਹੈ ਤੇ ਗਿਆਨ, ਉਹ ਵੀ ਇਹਦੇ ਬਰੋਬਰ ਤੁਛ ਨੇ, ਉਹ ਵੀ ਇਹਦਾ ਮੁੱਲ ਨਹੀਂ ਪਾ ਸਕਦੇ। ਕਿਸੇ ਕੋ ਸਾਰੇ ਇਹ ਗੁਣ ਹੋਣ ਕਿਸੇ ਜੀਵ ਦੇ ਕੋਲ, ਉਹ ਨਿਰੰਕਾਰ ਦੀ ਬਾਣੀ ਦੇ ਇੱਕ ਅਕਸ਼ਰ ਦਾ ਵੀ ਮੁੱਲ ਨਹੀਂ ਪਾ ਸਕਦਾ, ਉਹਦੀ ਵੀ ਵਡਿਆਈ ਸਹੀ ਨਹੀਂ ਕਰ ਸਕਦਾ। ਸੋ ਇਸ ਕਰਕੇ ਕਹਿੰਦੇ ਨੇ ਭਰੇ ਭੰਡਾਰ ਅਖੂਟ ਤੋਲ, ਨਿਰੰਕਾਰ ਵਾਹਿਗੁਰੂ ਨੇ ਜਿਹੜਾ ਮੇਰਾ ਪਿਓ ਦਾਦੇ ਦਾ ਖਜ਼ਾਨਾ ਹੈ, ਇਸ ਦੇ ਨਾਲ ਸਾਰੇ ਭੰਡਾਰੇ ਭਰੇ ਹੋਏ ਹਨ, ਤੇ ਜਿਨ੍ਹਾਂ ਦੇ ਵਿੱਚ ਕਦੀ ਵੀ ਘਾਟ ਨਹੀਂ ਆਵੇਗੀ, ਔਰ ਇਹ ਅਤੁੱਲ ਹਨ, ਤੋਲੇ ਵੀ ਨਹੀਂ ਜਾ ਸਕਦੇ। ਖਾਵੇ ਖਰਚੈ ਰਲ ਮਿਲ ਪਾਈ, ਟੋਟ ਨਾ ਆਵੇ ਬਦ ਦੋ ਜਾਈ। ਇਹ ਮੇਰੇ ਪਿਆਰਿਓ, ਮੇਰੇ ਭਾਈ ਜਨੋ, ਗੁਰਮੁਖੋ, ਆਪਾਂ ਸਾਰੇ ਰਲ ਮਿਲ ਕੇ, ਕੀ ਸਾਰਾ ਸੰਸਾਰ ਹੀ ਰਲ ਮਿਲ ਕੇ ਖਾਈ ਜਾਵੇ, ਸਦੀਆਂ ਤੇ ਖਾਈ ਜਾਵੇ, ਜੁਗਾਂ ਜਗੰਤਰਾਂ ਖਾਈ ਜਾਵੇ, ਇਸ ਦੇ ਵਿੱਚ ਟੋਟ ਨਹੀਂ ਆਏ ਜਾਗੀ, ਇਹ ਤਾਂ ਵੱਧ ਹੋ ਜਾਊਗਾ। ਜਿੰਨਾ ਅਸੀਂ ਨਾਮ ਜਪਾਂਗੇ, ਜਿੰਨੀ ਨਿਰੰਕਾਰ ਸੱਚੇ ਪਾਤਸ਼ਾਹ ਦੀ ਬਾਣੀ ਪੜਾਂਗੇ, ਉਹਨਾਂ ਸਾਨੂੰ ਆਨੰਦ ਆਊਗਾ ਨਾ, ਉਹਨਾਂ ਸਾਡੇ ਅੰਦਰ ਚਾਹ ਪ੍ਰਗਟ ਹੋਏਗਾ, ਇਹ ਖਜ਼ਾਨਾ ਵੱਧਦਾ ਜਾਏਗਾ। ਕਿਉਂਕਿ ਮਾਲਕ ਇੱਕ ਵਾਰੀ ਕਹੇ ਵਾਹਿਗੁਰੂ ਨੂੰ 3.5 ਕਰੋੜ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਫਲ ਦਿੰਦੇ ਨੇ, ਇਹ ਵੱਧਦਾ ਹੀ ਜਾਂਦਾ। ਕਹਿੰਦੇ ਵੱਧ ਹੋ ਜਾਊਗਾ, ਇਹਨੂੰ ਕਦੀ ਘਾਟਾ ਨਹੀਂ ਪਊਗਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਨਿਰੰਕਾਰ ਜੀ ਕਹਿੰਦੇ ਨੇ ਜਿਹਦੇ ਮਸਤਕ ਦੇ ਉੱਤੇ ਲਿਖੇ ਹੋਏ ਲੇਖ ਉਜਾਗਰ ਹੋ ਗਿਆ। 3 ਲੇਖਾਂ ਦੀ ਮੈਂ ਬਾਰ-ਬਾਰ ਆਪ ਜੀ ਦੇ ਕੋਲ ਬੇਨਤੀ ਕਰ ਚੁੱਕਿਆ। ਜਦੋਂ ਉਹ ਲੇਖ ਉਜਾਗਰ ਹੋ ਗਿਆ, ਸੁਚੇਤ ਹੋ ਗਿਆ, ਅਸੀਂ ਨਿਰਮਲ ਹੋ ਗਿਆ, ਸਾਡੇ ਲੇਖ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਨੇ। ਪਰ ਕਹਿੰਦੇ ਉਹ ਵਿਰਲੇ ਨੇ ਸੰਸਾਰ ਦੇ ਉੱਤੇ ਜਿਹੜੇ ਇਸ ਖਜ਼ਾਨੇ ਦੇ ਵਿੱਚ ਨਿਰੰਕਾਰ ਜੀ ਰਲਾ ਲੈਂਦੇ ਨੇ। ਸੋ ਇਹ ਖਜ਼ਾਨੇ ਲਿਆ ਰਲਾਏ, ਉਹ ਵਿਰਲੇ ਨੂੰ ਜਿਹਨੂੰ ਲੇਖ ਜਿਹਦੇ ਪ੍ਰਗਟ ਹੋਗਾ, ਜਿਹਨੂੰ ਸਮਝ ਆ ਗਈ, ਜਿਸ ਦੇ ਕੋਲ ਇਸ ਤਰ੍ਹਾਂ ਦੇ ਵਿਰਾਗ ਸੰਬੰਧੀ, ਪ੍ਰੇਮ ਸੰਬੰਧੀ ਰਤਨ ਜਿਹੜੇ ਨੇ ਉਹਦੇ ਅੰਦਰ ਬੈਠੇ ਨੇ, ਅੰਦਰ ਨੇ, ਉਹ ਕਹਿੰਦੇ ਉਹ ਵਾਹਿਗੁਰੂ ਉਹ ਤੇ ਕਿਰਪਾ ਕਰਦਾ, ਉਹਨੂੰ ਇਦੋਂ ਖਜ਼ਾਨੇ ਦੇ ਵਿੱਚ ਹੀ ਰਲਾ ਲੈਂਦਾ ਹੈ, ਨਾਮ ਦੇ ਵਿੱਚ ਨਾਮ ਦਾ ਰੂਪ ਹੀ ਬਣਾ ਦਿੰਦੇ ਹਨ। ਗੌੜੀ ਮਹਲਾ ਪੰਜਵਾਂ। ਡਰ ਡਰ ਮਰਤੇ ਜਬ ਜਾਨੀਏ ਦੂਰ, ਡਰ ਚੂਕਾ ਦੇਖਿਆ ਭਰਪੂਰ। ਜਿਸ ਵੇਲੇ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਅਸੀਂ ਦੂਰ ਜਾਣਦੇ ਹਾਂ, ਕਹਿਣ ਦਾ ਮਤਲਬ ਹੈ ਅਸੀਂ ਮਨਮੁਖਾਂ ਵਾਲਾ ਜੀਵਨ ਬਤੀਤ ਕਰਦੇ ਹਾਂ, ਉਸ ਵੇਲੇ ਸਾਨੂੰ ਬੜਾ ਡਰ ਲੱਗਦਾ। ਕਿਹਦਾ ਡਰ ਲੱਗਦਾ? ਮੌਤ ਦਾ, ਤੇ ਔਰ ਮਾਇਆ ਦੇ ਜਿਹੜੇ ਪਦਾਰਥ ਉਹ ਖੋਣ ਦਾ ਵੀ ਡਰ ਲੱਗਦਾ। ਕਹਿੰਦੇ ਫਿਰ ਅਸੀਂ ਡਰ ਕੇ ਸਹਿਮ ਜਾਂਦੇ ਹਾਂ, ਮਰ ਜਾਂਦੇ ਹਾਂ। ਅਚਿੰਤਾ ਦਾ ਰੋਗ, ਹੋਰ ਅਨੇਕਾਂ ਤਰ੍ਹਾਂ ਦੇ ਰੋਗ ਲੱਗੇ ਸਾਨੂੰ ਹੋ ਜਾਂਦੇ ਨੇ। ਤੇ ਕਾਰਨ ਕੀ? ਉਹ ਜਿਹੜਾ ਸਭ ਦਾ ਕਰਤਾ ਉਹਨੂੰ ਅਸੀਂ ਦੂਰ ਜਾਣ ਲਿਆ ਪਈ, ਉਹਨੂੰ ਚੇਤੇ ਨਹੀਂ ਕੀਤਾ। ਡਰ ਚੁੱਕਾ ਦੇਖਿਆ ਭਰਪੂਰ। ਪਰ ਜਿਨ੍ਹਾਂ ਦੇ ਉੱਤੇ ਕਿਰਪਾ ਨਿਰੰਕਾਰ ਸੱਚੇ ਪਾਤਸ਼ਾਹ ਦੀ ਹੋ ਗਈ, ਜਿਨ੍ਹਾਂ ਨੇ ਉਹ ਪਰਿਪੂਰਨ ਪਰਮਾਤਮਾ ਦਾ ਗਿਆਨ ਲੈ ਲਿਆ,
ਕਹਿੰਦੇ ਉਹਨਾਂ ਦੇ ਅੰਦਰੋਂ ਇਹ ਡਰ ਖਤਮ ਹੋ ਗਿਆ। ਸਤਿਗੁਰ ਆਪਣੇ ਕੋ ਬਲਿਹਾਰੈ, ਛੋੜ ਨ ਜਾਈ ਸਰ ਪਰ ਤਾਰੈ। ਮੈਂ ਆਪਣੇ ਨਿਰੰਕਾਰ ਵਾਹਿਗੁਰੂ ਦੇ ਕੋਲੋਂ ਬਲਿਹਾਰੇ ਕਰਵਾਨ ਜਾਂਦਾ ਹਾਂ, ਛੋੜ ਨਾ ਜਾਈ ਸਰ ਪਰ ਤਾਰੇ। ਕਹਿੰਦੇ ਭਾਵੇਂ ਕੁੱਖ ਵੀ ਹੋ ਜਾਵੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣਾ ਵਿਰਦ ਰੱਖਦੇ ਨੇ। ਸਾਡੇ ਵਰਗੇ ਪਾਪੀਆਂ ਦੀ ਬਾਹ ਫੜ ਕੇ ਇਸ ਸੰਸਾਰ ਤੋਂ ਜ਼ਰੂਰ ਤਾਰ ਦੇਵਣਗੇ। ਰਹਾਉ ਦੁਖ ਰੋਗ ਸੋਗ ਬਿਸਰੈ ਜਬ ਨਾਮ, ਸਦਾ ਆਨੰਦ ਜਾਂ ਹਰ ਗੁਣ ਗਾਮ। ਭਾਈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਂਦੇ ਨੇ, ਉਹਨਾਂ ਨੂੰ ਦੁੱਖ ਤੇ ਰੋਗ ਤੇ ਸੋਗ ਸਾਰੇ ਆਣ ਕੇ ਝੁੰਬੜ ਜਾਂਦੇ ਨੇ। ਬਿਸਰੇ ਜਬ ਨਾਮ, ਜਦੋਂ ਪ੍ਰਮਾਤਮਾ ਦੀ ਬੰਦਗੀ ਭੁੱਲ ਗਈ, ਇਹ ਸਾਰੇ ਦੁੱਖ ਜਿਹੜੇ ਨੇ ਇਹ ਸਾਰੇ ਤੱਤ ਆਣ ਕੇ ਉਹਨੂੰ ਚੁੰਬੜ ਜਾਂਦੇ ਨੇ। ਬੜਾ ਭਿਆਨਕ ਉਹ ਕਰਲਾਉਂਦਾ ਹੈ ਤੂੰ ਸੰਸਾਰ ਦੇ ਉੱਤੇ। ਕਹਿੰਦੇ ਸਦਾ ਆਨੰਦ ਜਾਂ ਹਰ ਗੁਣ ਗਾਮ। ਤੇ ਜਿਹੜੇ ਨਿਰੰਕਾਰ ਦੀ ਕਿਰਪਾ ਦੇ ਨਾਲ ਜਿਹੜੇ ਸਤਿਗੁਰ ਦੇ ਪਿਆਰੇ ਬਣ ਗਏ, ਜਿਹੜੇ ਹਰ ਵੇਲੇ ਗੁਰੂ ਨਿਰੰਕਾਰ ਦੀ ਵਡਿਆਈ ਦੇ ਵਿੱਚ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ, ਉਹਨਾਂ ਨੂੰ ਸਦਾ ਹੀ ਸੰਸਾਰ ਦੇ ਤੇ ਆਨੰਦ ਨਿਰੰਕਾਰ ਜੀ ਬਖਸ਼ਿਸ਼ ਕਰ ਦਿੰਦੇ ਹਨ। ਬੁਰਾ ਭਲਾ ਕੋਈ ਨਾ ਕਹੀ ਜੈ, ਛੋੜ ਮਾਨ ਹਰ ਚਰਨ ਗਹੀ ਜੈ। ਉਹ ਕਹਿੰਦੇ ਓਏ ਜੀਵ, ਇਹ ਸਾਰਾ ਕੁਝ ਉਹਦਾ ਰੂਪ ਹੈ, ਕਿਸੇ ਨੂੰ ਮਾੜਾ ਚੰਗਾ ਤੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ। ਜਦੋਂ ਤੂੰ ਕਿਸੇ ਨੂੰ ਗਾਲੀ ਦੇਂਗਾ ਜਾਂ ਕਿਸੇ ਨੂੰ ਕ੍ਰੋਧ ਦੇ ਵਿੱਚ ਬੋਲੇਗਾ, ਇਹ ਤਾਂ ਮਤਲਬ ਕ੍ਰੋਧ ਦੀ ਅੱਗ ਤੇਰੇ ਅੰਦਰ ਜਲਣ ਰਹੀ ਆ, ਉਹਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹ ਤਾਂ ਸੁਚੇਤ ਹੈ। ਜੇ ਤੇਰੇ ਅੰਦਰ ਕੁੱਟ ਕੇ ਈਰਖਾ ਤੂੰ ਭਰੀ ਹੋਈ ਆ ਤੇ ਉਹ ਈਰਖਾ ਨੂੰ ਗਲਾ ਛਿੜਿਆ ਉਹੀ ਬੋਲੀ ਜਾਣਾ, ਹੁਣ ਦੁੱਖ ਤੈਨੂੰ ਲੱਗਣਾ, ਉਹਨੂੰ ਕੋਈ ਨਹੀਂ ਲੱਗਣਾ ਹੈਗਾ। ਜੇ ਕਿਸੇ ਨੂੰ ਨਾਲ ਤੂੰ ਧੋਖਾ ਕਰ ਰਿਹਾ, ਧੋਖਾ ਤੇਰੇ ਅੰਦਰ ਹੈ, ਚੋਰ ਤੂੰ ਹੈ, ਫੇਰ ਹੀ ਇਹ ਚੀਜ਼ਾਂ ਸਾਰੀਆਂ ਬਾਹਰ ਨਿਕਲਣਗੀਆਂ। ਪਰ ਜੇ ਤੂੰ ਨਿਰਮਲ ਹੋਵੇਂ, ਜੇ ਤੂੰ ਅੱਛਾ ਸੁੱਚਾ ਹੋਵੇਂ, ਤੇਰੇ ਅੰਦਰ ਇਹ ਚੀਜ਼ਾਂ ਦਾ ਵਾਸਾ ਨਾ ਹੋਵੇ, ਫੇਰ ਤੂੰ ਕਿਸੇ ਦੇ ਨਾਲ ਵੈਰ ਨਹੀਂ ਕਮਾ ਸਕੇਗਾ, ਤੂੰ ਕਿਸੇ ਨੂੰ ਮਾੜਾ ਨਹੀਂ ਆਖਾ ਸਕੇਗਾ। ਸੋ ਗੁਰੂ ਜੀ ਕਹਿੰਦੇ ਨੇ ਸੁਚੇਤ ਹੋ, ਨਿਰੰਕਾਰ ਸੱਚੇ ਪਾਤਸ਼ਾਹ ਦੇ ਗਿਆਨ ਨੂੰ ਲੈ ਕੇ ਆਪਣੇ ਜੀਵਨ ਨੂੰ ਸਫਲ ਕਰ, ਬੁਰਾ ਭਲਾ ਨਾ ਕਿਸੇ ਨੂੰ ਕਹਿ। ਛੱਡ ਇਹ ਬੁਰਾਈਆਂ ਜਿਹੜੀਆਂ ਤੂੰ ਬੁਰਾ ਚੰਗਾ ਜਿਹੜਾ ਲੋਕਾਂ ਨੂੰ ਕਹਿਣ ਡਿਆ ਆ। ਛੋੜ ਮਾਨ ਹਰ ਚਰਨ ਕੀ, ਜੇ ਕਹਿੰਦੇ ਛੱਡ ਦੇ ਆਪਣਾ ਮਾਨ, ਆਪਣਾ ਹੰਕਾਰ ਛੱਡ ਦੇ, ਆਪਣੀ ਹਉਮੈ ਛੱਡ ਕੇ ਤੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਢਹਿ ਪੈ। ਕਹੋ ਨਾਨਕ ਗੁਰ ਮੰਤਰ ਚਿਤਾਰ, ਸੁਖ ਪਾਵੈ ਸਾਚੈ ਦਰਬਾਰ। ਨਿਰੰਕਾਰ ਜੀ ਕਹਿੰਦੇ ਨੇ ਤੈਨੂੰ ਜਿਹੜੇ ਤੇਰੇ ਅੰਦਰ ਜਿਹੜਾ ਗੁਪਤ ਨਾਮ ਹੈ ਜਾਂ ਜਿਹੜਾ ਵਾਹਿਗੁਰੂ ਤੂੰ ਮੰਤਰ ਪੰਜਾਂ ਪਿਆਰਿਆਂ ਦੇ ਕੋਲੋਂ ਲਿਆ, ਕਹਿੰਦੇ ਉਹਨੂੰ ਹਰ ਵੇਲੇ ਚਿਤਾਰੀ ਜਾ, ਜਪੀ ਜਾ, ਕਿਉਂਕਿ ਉਹ ਸੱਚਾ ਹੈ। ਮੈਂ ਪਹਿਲਾਂ ਬੇਨਤੀ ਕੀਤੀ 100 ਝੂਠ ਸੱਚ ਬਣ ਜਾਂਦਾ, ਇੱਥੇ ਇੱਕ ਵਾਰ ਕਿਆ ਹੋਇਆ, ਸੱਚ ਜਿਹੜਾ 100 ਝੂਠ ਨੂੰ ਖਤਮ ਕਰ ਦਿੰਦਾ ਹੈ। ਭਾਈ ਇੱਕ ਵਾਰ ਵਾਹਿਗੁਰੂ ਕਹਿ, ਤੇਰੇ ਸਾਰੇ ਝੂਠ ਦੇ ਪਲੰਦੇ ਖਤਮ ਕਰ ਦੇਣਗੇ। ਇੱਕ ਵਾਰ ਵਾਹਿਗੁਰੂ ਤਨ ਮਨ ਨੂੰ ਇਕਾਗਰ ਕਰਕੇ ਕਹਿ, ਇਹ ਮਾਇਆ ਦੇ ਸਾਰੇ ਜੰਜਾਲ ਖਤਮ ਕਰ ਦੇਣਗੇ। ਇੱਕ ਵਾਰੀ ਵਾਹਿਗੁਰੂ ਕਹਿ, ਕਿਨਕਾ ਏਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਨਿਰੰਕਾਰ ਤੇਰੀ ਵਡਿਆਈ ਸੰਸਾਰ ਤੇ ਨਹੀਂ ਕਰ ਦੇਣਗੇ। ਜਿਸ ਵੇਲੇ ਤੂੰ ਸੁਚੇਤ ਹੋ ਗਿਆ, ਇੰਨਾ ਆਨੰਦ ਤੈਨੂੰ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਸੁਖ ਪਾਵੇ ਸਾਚੇ ਦਰਬਾਰ, ਉਹ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਤੂੰ ਅੰਤ ਦੇ ਸਮੇਂ ਤੋਂ ਤੇ ਸੁਖ ਪਾਵੇਂਗਾ। ਗੌੜੀ ਮਹਲਾ ਪੰਜਵਾਂ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਿਹਦਾ ਸੰਸਾਰ ਦੇ ਉੱਤੇ ਮਿੱਤਰ ਦੋਸਤ ਨਿਰੰਕਾਰ ਵਾਹਿਗੁਰੂ ਬਣ ਗਿਆ, ਉਸ ਜਨ ਨੂੰ, ਪਹਿਲਾਂ ਇੱਥੇ ਜਨ ਮਹਾਰਾਜ ਨੇ ਆਖਿਆ, ਜਨ ਦੇ ਉੱਤੇ ਜ਼ਰੂਰ ਥੋੜੀ ਜਿਹੀ ਤਵੱਜੋ ਦਿਓ, ਧਿਆਨ ਦਿਓ। ਜਨ ਉਹ ਹੁੰਦਾ ਜਿਸ ਨੇ ਸਭ ਕੁਝ ਸਮੇਟ ਕੇ ਤਨ ਮਨ ਧਨ ਗੁਰੂ ਨੂੰ ਦੇ ਦਿੱਤਾ, ਅਰਪਣ ਕਰਤਾ, ਉਹਨੂੰ ਜਨ ਕਿਹਾ। ਮੇਰੀ ਖਤਮ ਹੋ ਗਈ ਉਹਦੇ ਅੰਦਰੋਂ। ਕਹਿੰਦੇ ਉਸ ਜਨ ਨੂੰ ਕਿਸੇ ਤਰ੍ਹਾਂ ਦੀ ਵੀ, ਕਿਸੇ ਪਦਾਰਥ ਦੀ ਵੀ ਨਿਰੰਕਾਰ ਜੀ ਕਮੀ ਨਹੀਂ ਰਹਿਣ ਦੇਣਗੇ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਪ੍ਰਮਤਾ ਕਾ ਭਾਗੀ। ਜਿਨ੍ਹਾਂ ਦਾ ਅਟੁੱਟ ਪ੍ਰੇਮ ਉਹ ਨਿਰੰਕਾਰ ਵਾਹਿਗੁਰੂ ਗੋਬਿੰਦ, ਗੋ ਧਰਤੀ ਬਿੰਦ ਮਾਲਕ, ਉਸ ਦੇ ਨਾਲ ਲਾਗੇ ਪਾਏ ਦੁੱਖ ਦਰਦ ਭਰਮ, ਇਹ ਸਾਰੇ ਉਸ ਦੇ ਕੋਲੋਂ ਚਿੰਤਾ ਦੇ ਰੋਗ ਸਾਰੇ ਭੱਜ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਰਹਾਉ ਜਾਂ ਕੋ ਰਸ ਹਰ ਰਸ ਹੈ ਆਇਓ,
ਸੋ ਅਨਰਸ ਨਾਹੀ ਲਪਟਾਇਓ। ਜਿਨ੍ਹਾਂ ਨੂੰ ਹਰੀ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ, ਜਿਨ੍ਹਾਂ ਨੂੰ ਹਰੀ ਨਾਮ ਦਾ ਰਸ ਆ ਗਿਆ, ਉਹ ਫਿਰ ਬਾਕੀ ਦੇ ਜਿਹੜੇ ਇਹ ਖੋਟੇ ਰਸ ਨੇ ਉਹਨਾਂ ਦੇ ਨਾਲ ਨਹੀਂ ਲਪਟਦੇ, ਉਹਨਾਂ ਦੇ ਨਾਲ ਉਹ ਨਹੀਂ ਮੋਹ ਕਰਦੇ, ਪਿਆਰ ਪਾਉਂਦੇ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਇਸ ਤਰ੍ਹਾਂ ਦਾ ਪਿਆਰਿਆਂ ਦਾ ਜਿਹੜਾ ਬਚਨ ਗੁਰੂ ਦੇ ਚਰਨਾਂ ਦੇ ਵਿੱਚ ਕਿਹਾ ਹੁੰਦਾ, ਉਹ ਕਹਿੰਦੇ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ। ਹੁਣ ਤਾਂ ਹੀ ਕਈ ਵਾਰ ਕੀ ਹੁੰਦਾ ਨਾ, ਆਪਾਂ ਜਿਹੜੇ ਗੁਰੂ ਘਰ ਦੇ ਵਜ਼ੀਰ ਹੁੰਦੇ ਨੇ ਜਾਂ ਕੋਈ ਹੋਰ ਜਿਨ੍ਹਾਂ ਤੇ ਤੁਹਾਡੀ ਸ਼ਰਧਾ ਵੱਜੀ ਹੁੰਦੀ ਆ, ਤੁਸੀਂ ਉਹਨੂੰ ਕਹਿੰਦੇ ਵੀ ਸਾਡੇ ਵਾਸਤੇ ਅਰਦਾਸ ਕਰਿਓ, ਅਰਦਾਸ ਕਰਿਓ ਵੀ ਆਹ ਵਸਤੂ ਸਾਨੂੰ ਮਿਲ ਜਾਵੇ, ਕਿਉਂਕਿ ਤੁਹਾਨੂੰ ਭਰੋਸਾ ਵੱਧ ਜਾਂਦਾ ਨਾ ਵੀ ਉਹਦਾ ਜਿਹੜਾ ਕਿਹਾ ਉਹ ਦਰਗਾਹ 'ਚ ਨਿਰੰਕਾਰ ਨੇ ਪ੍ਰਵਾਨ ਕਰ ਲੈਣਾ। ਪਰ ਉਹਨੂੰ ਦੇਖਣਾ ਆਪਾਂ ਨੂੰ ਜ਼ਰੂਰ ਪੈਣਾ ਵੀ ਆਹ ਜਿਹੜੇ ਗੁਣ ਨੇ ਉਹਦੇ ਵਿੱਚ ਹਨ। ਤੇ ਭਾਈ ਤੁਸੀਂ ਕਾਹਤੇ ਨਹੀਂ ਇਹ ਗੁਣਾਂ ਦੇ ਧਾਰਨੀ ਕਰਕੇ ਆਪਣੀ ਅਰਦਾਸ ਖੁਦ ਕਰਦੇ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਾਰੇ ਕਾਹਤੇ ਨਹੀਂ ਕਰਦੇ? ਕਿਉਂ ਦੂਸਰਿਆਂ ਦੇ ਉੱਤੇ ਭਰੋਸਾ ਕਰਕੇ ਬੈਠੇ ਹੋ? ਕਿ ਜਿਹੜੀ ਤੁਹਾਨੂੰ ਇਹਦੂ ਚੀਜ਼ ਦਾ ਪੂਰਾ ਯਕੀਨ ਹੁੰਦਾ ਹੈ ਵੀ ਜਿਹੜੀ ਅਰਦਾਸ ਇਹਨਾਂ ਨੇ ਕਰ ਦੇਣੀ ਹੈ ਵੀ ਉਹ ਦਰਗਾਹ 'ਚ ਪੂਰੀ ਹੋ ਜਾਣੀ ਆ। ਜੇ ਤੁਹਾਨੂੰ ਇਹ ਤੇ ਭਰੋਸਾ ਤੇ ਆਪਣੇ ਆਪ ਤੇ ਭਰੋਸਾ ਕਿਉਂ ਨਹੀਂ ਤੁਹਾਡਾ ਵੱਜਣ ਡਿਆ ਆ? ਬਸ ਨਿਰੰਕਾਰ ਦੀ ਸੇਵਾ ਜਿਹੜੀ ਆ ਇਹ ਤੁਹਾਡੇ ਭਰੋਸੇ ਬੰਨਣ ਵਾਸਤੇ ਤੁਹਾਡੀਆਂ ਮਿੰਨਤਾਂ ਕਰੀਦੀਆਂ ਰੋਜ਼। ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਹੀ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਹਰੀ ਪ੍ਰੀਤਮ ਦਾ ਰਸ ਆ ਗਿਆ, ਉਹਨਾਂ ਦਾ ਕਿਹਾ ਦਰਗਾਹ ਦੇ ਵਿੱਚ ਹੁਕਮ ਜਿਹੜਾ ਹੈ ਸਤਿਗੁਰ ਪ੍ਰਵਾਨ ਕਰਦੇ ਨੇ। ਸੋ ਕੁਛ ਕਾ ਕੋ ਨਜ਼ਰ ਲੈ ਆਵੇ ਤਲੇ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਿਹੜਾ ਗੁਰਮੁਖਾਂ ਦੀ ਨਜ਼ਰ ਦੇ ਹੇਠਾਂ ਹੀ ਆ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਨੇ ਵੀ ਉਹਨੂੰ ਜਿਹੜਾ ਨਿਰੰਕਾਰ ਨੂੰ ਪ੍ਰਵਾਨ ਹੋ ਗਿਆ, ਪਿਆਰਾ ਹੋ ਗਿਆ, ਉਹ ਫਿਰ ਇਹ ਸੰਸਾਰ ਦੇ ਉੱਤੇ ਕਿਸੇ ਦੀ ਪਰਵਾਹ ਨਹੀਂ ਕਰਦਾ। ਉਸ ਨੂੰ ਜਿਹੜਾ ਉਹਦੀ ਨਜ਼ਰ ਦੇ ਥੱਲੇ ਆ ਗਿਆ, ਫਿਰ ਉਹ ਭਾਈ ਕੰਗਾਲ ਨਹੀਂ ਆਪਣੇ ਆਪ ਨੂੰ ਸੰਸਾਰ ਦੇ ਉੱਤੇ ਸਮਝਦਾ। ਜਾਂ ਕਾ ਸਭ ਕਿਛ ਤਾਂ ਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਜਿਹੜਾ ਭਾਈ ਪ੍ਰਭੂ ਬਣ ਗਿਆ, ਜਿਹੜਾ ਉਹ ਪ੍ਰਭੂ ਦਾ ਦਾਸ ਬਣ ਗਿਆ, ਸਭ ਕੁਝ ਉਹਦਾ ਬਣ ਜਾਂਦਾ ਹੈ। ਗੁਰੂ ਨਿਰੰਕਾਰ ਜੀ ਕਥਨ ਕਰਦੇ ਨੇ, ਨਾਨਕ ਤਾਂ ਕੋ ਸਦਾ ਸੁਖ ਹੋਏ। ਭਾਈ ਉਸ ਜੀਵ ਨੂੰ ਸੰਸਾਰ ਦੇ ਉੱਤੇ ਸਦਾ ਹੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਖਜ਼ਾਨਿਆਂ ਤੋਂ ਸੁਖ ਦੇ ਦਿੰਦੇ ਹਨ, ਉਹਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਰਹਿੰਦਾ ਹੈ। ਗੌੜੀ ਮਹਲਾ ਪੰਜਵਾਂ, ਜਾ ਕੈ ਦੁਖ ਸੁਖ ਸਮ ਕਰ ਜਾਪੈ, ਤਾਂ ਕੋ ਕਾੜਾ ਕਹਾਂ ਵਿਆਪੈ। ਹੁਣ ਜੀਵਨ ਦੇ ਵਿੱਚ ਸਹੀ ਮਾਰਗ ਦੇ ਉੱਤੇ ਤੋਰ ਕੇ ਨਿਰੰਕਾਰ ਜੀ ਹੁਣ ਤੁਹਾਨੂੰ ਦੱਸ ਰਿਹਾ ਤੂੰ ਕਿੱਦਾਂ ਦਾ ਬਣਨਾ, ਤੂੰ ਕਿਸ ਤਰ੍ਹਾਂ ਦਾ ਬਣਨਾ। ਭਾਈ ਜੇ ਇਸ ਰੂਪ ਦੇ ਵਿੱਚ ਤੂੰ ਬਣ ਜਾਵੇਂਗਾ, ਫਿਰ ਤੂੰ ਮੈਨੂੰ ਅੱਛਾ ਲੱਗੇਗਾ, ਮੈਨੂੰ ਪਿਆਰਾ ਲੱਗੇਗਾ, ਮੈਂ ਸਾਰੇ ਖਜ਼ਾਨੇ ਤੈਨੂੰ ਦੇ ਦੇਵਾਂਗਾ। ਕਹਿੰਦੇ ਜਾਂ ਕੈ ਦੁੱਖ ਸੁਖ ਸਮ ਕਰ ਜਾਪੈ। ਜਿਹੜਾ ਜੀਵ ਸੰਸਾਰ ਤੇ ਦੁੱਖ ਤੇ ਸੁੱਖ ਨੂੰ ਇੱਕ ਬਰੋਬਰ ਜਾਣਦਾ ਹੈ, ਸੁੱਖ ਦੇ ਵਿੱਚ ਨੱਚਣਾ ਨਹੀਂ ਸ਼ੁਰੂ ਕਰ ਦਿੰਦਾ ਤੇ ਦੁੱਖ ਦੇ ਵਿੱਚ ਰੋਣਾ ਨਹੀਂ ਸ਼ੁਰੂ ਕਰ ਦਿੰਦਾ, ਸਮ ਕਰਕੇ। ਸੁੱਖ ਆਇਆ ਉਦੋਂ ਵੀ ਅਰਦਾਸ ਕੀਤੀ, ਹੈ ਅਕਾਲ ਪੁਰਖ ਤੇਰੀ ਕਿਰਪਾ ਦੇ ਨਾਲ ਘਰ ਦੇ ਵਿੱਚ ਆ ਆਨੰਦ ਆਇਆ ਹੈ। ਦੁੱਖ ਆਇਆ, ਨਿਰੰਕਾਰ ਜੀ ਆਪ ਜੀ ਦੇ ਭਾਣੇ ਦੇ ਵਿੱਚ ਹੀ ਸਭ ਕੁਝ ਹੋਇਆ। ਜੋ ਇਸ ਕਰਕੇ ਉਹ ਸਦਾ ਆਪਣੇ ਆਨੰਦ ਦੇ ਵਿੱਚ ਫਰਕ ਨਾ ਪੈਣ ਦੇਵੇ। ਕਹਿੰਦੇ ਤਾਂ ਕੋ ਕਾੜਾ ਕਹਾਂ ਵਿਆਪੇ। ਉਸ ਜੀਵ ਨੂੰ ਕਿਸੇ ਚੀਜ਼ ਦਾ ਝੋਰਾ ਕਹਿੰਦੇ ਨੇ, ਉਸ ਨੂੰ ਕਦੀ ਵੀ ਕਿਸੇ ਵੀ ਵਸਤੂ ਦਾ ਫਿਕਰ ਨਹੀਂ ਪੈਂਦਾ। ਉਹ ਸਦਾ ਹੀ ਉਹਨੂੰ ਕਿਸੇ ਚੀਜ਼ ਦਾ ਉਦਾਸੀ ਨਹੀਂ ਹੁੰਦੀ। ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਝੋਰਾ ਵੈਸੇ ਚਿੰਤਾ ਨੂੰ ਵੀ ਕਹਿੰਦੇ ਨੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਆਏਗੀ। ਹੋਰ ਹੋਏਗਾ ਕਿ ਸਹਿਜ ਆਨੰਦ ਹਰ ਸਾਧੂ ਮਾਹੇ, ਉਹ ਸਦਾ ਹੀ ਉਹਦਾ ਜੀਵਨ ਆਨੰਦ ਦੇ ਵਿੱਚ ਰਹੇਗਾ, ਕਿਉਂਕਿ ਉਹ ਸਾਧੂ ਦੀ ਸੰਗਤ ਦੇ ਵਿੱਚ ਆ ਗਿਆ। ਸਾਧੂ ਮਾਹੇ, ਸਾਧੂ ਇੱਥੇ ਪ੍ਰਮਾਤਮਾ ਨੂੰ ਆਖਿਆ ਹੈ। ਜਦੋਂ ਪ੍ਰਮਾਤਮਾ ਦੇ ਅਸੀਂ ਨਿਰੰਕਾਰ ਵਾਹਿਗੁਰੂ ਦੇ ਚਰਨਾਂ 'ਚ ਆ ਜਾਂਦੇ ਹਾਂ, ਜਦੋਂ ਉਹਦਾ ਕਹਿਣਾ ਮੰਨਣਾ ਸ਼ੁਰੂ ਕਰ ਦਿੰਦੇ ਆ, ਉਹਦੀ ਰਜ਼ਾ ਨੂੰ ਮੰਨਣਾ ਸ਼ੁਰੂ ਕਰ ਦਿੰਦੇ, ਹੁਕਮ ਨੂੰ ਮੰਨਣਾ ਸ਼ੁਰੂ ਕਰਦੇ, ਫਿਰ ਸਾਡੇ ਅੰਦਰ ਅਡੋਲਤਾ ਵਾਲਾ ਆਨੰਦ ਪ੍ਰਗਟ ਹੋ ਜਾਂਦਾ। ਜਦੋਂ ਅਡੋਲਤਾ ਵਾਲਾ ਆਨੰਦ ਪ੍ਰਾਪਤ ਹੋਇਆ ਸਾਨੂੰ, ਫਿਰ ਸਾਨੂੰ ਉਹ ਕਿਸੇ ਤਰ੍ਹਾਂ ਦਾ ਵੀ ਦੁੱਖ ਸੰਤਾਪ ਨੇ ਸਾਡੇ ਲਾਗੇ ਆ ਸਕੇਗਾ।
ਆਗਿਆਕਾਰੀ ਹਰ ਰਾਏ, ਤਾਂ ਉਹ ਜੀਵ ਇਸ ਸਤਿਗੁਰ ਸੱਚੇ ਪਾਤਸ਼ਾਹ ਦੇ ਮੂਹਰੇ ਹੱਥ ਜੋੜ ਕੇ ਖੜਾ ਰਹਿੰਦਾ ਹੈ। ਅਕਾਲ ਪੁਰਖ ਮੈਨੂੰ ਆਗਿਆ ਬਖਸ਼ਿਸ਼ ਕਰੋ, ਮੈਂ ਆਪ ਜੀ ਦੇ ਹੁਕਮ ਦੀ ਸਦਾ ਹੀ ਪਾਲਣਾ ਸੰਸਾਰ ਦੇ ਉੱਤੇ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰਾਂ। ਰਹਾਉ ਜਾ ਕੇ ਅਚਿੰਤ ਵਸੈ ਮਨ ਆਏ, ਤਾਕੋ ਚਿੰਤਾ ਕਤਹੂੰ ਨਾਹੀ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਚਿੰਤ ਵਾਹਿਗੁਰੂ ਆਣ ਕੇ ਵਸ ਗਿਆ ਭਾਈ, ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਨਹੀਂ ਰਹਿਣ ਦਿੰਦੇ। ਜਾ ਕੇ ਬਿਨਸਿਓ ਮਨ ਤੇ ਭਰਮਾ, ਤਾਂ ਕੈ ਕਛ ਨਾਹੀ ਜਮ ਡਰ ਜਮਾ। ਜਿਹਦੇ ਮਨ ਦੇ ਵਿੱਚੋਂ ਭਰਮ ਦੁਚਿੱਤੀ ਵਾਲੇ ਨਾਸ ਹੋ ਗਏ, ਪਾਪ ਖਤਮ ਹੋ ਗਏ, ਕਹਿੰਦੇ ਤਾਂ ਕੋ ਕੁਛ ਨਹੀਂ, ਤਾਂ ਕੈ ਕੁਛ ਨਹੀਂ ਜਮ ਡਰ ਜਮ। ਉਹਨਾਂ ਨੂੰ ਜਮਾਂ ਦਾ ਡਰ ਵੀ ਨਿਰੰਕਾਰ ਵਾਹਿਗੁਰੂ ਜੀ ਨਹੀਂ ਲੱਗਣ ਦਿੰਦੇ, ਖਤਮ ਕਰ ਦਿੰਦੇ ਹਨ। ਜਾ ਕੇ ਹਿਰਦੇ ਦਿਓ ਗੁਰਨਾਮਾ, ਕਹੋ ਨਾਨਕ ਤਾਕੈ ਸਗਲ ਨਿਧਾਨਾ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ, ਉਹਨਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਦੇ ਦਿੱਤਾ, ਸਤਨਾਮ ਵਾਹਿਗੁਰੂ ਦਾ ਨਾਮ ਦੇ ਦਿੱਤਾ। ਸਤਿਗੁਰ ਕਹਿੰਦੇ ਨੇ ਕਹੋ ਨਾਨਕ ਤਾਂ ਕੇ ਸਗਲ ਨਿਧਾਨਾ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ 9 ਨਿਧੀਆਂ ਦੇ ਖਜ਼ਾਨੇ ਆਪਣੇ ਇਸ ਪਿਆਰੇ ਨੂੰ ਬਖਸ਼ ਦਿੰਦੇ ਹਨ। ਗੌੜੀ ਮਹਲਾ ਪੰਜਵਾਂ, ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲਾ ਜਾਣਾ। ਤਿਆਰੀ ਕਰਦੇ ਨੇ ਮਨੁੱਖ ਦੀ ਕਿਸੇ ਜਗ੍ਹਾ ਵਾਸਤੇ, ਤਿਆਰੀ ਕਰਦੇ ਨੇ ਗੁਰਮੁਖ ਬਣਾਉਣ ਵਾਸਤੇ। ਨਿਰੰਕਾਰ ਜੀ ਗਿਆਨ ਜਿਹੜਾ ਆਪਾਂ ਨੂੰ ਦੇ ਰਹੇ ਨੇ, ਕਹਿੰਦੇ ਅਗਮ ਰੂਪ ਕਾ ਮਨ ਮੈਂ ਤਰਾ, ਅਗਮ ਰੂਪ ਉਹ ਪਰਮਾਤਮਾ ਵਾਹਿਗੁਰੂ ਹੈ ਭਾਈ। ਉਹਦਾ ਥਾਨ ਆਪਣੇ ਮਨ ਦੇ ਵਿੱਚ ਬਣਾ, ਤੇ ਰਹਿੰਦਾ ਵੀ ਵੈਸੇ ਹੈ ਮਨ ਦੇ ਵਿੱਚ, ਅਸੀਂ ਪਛਾਣਦੇ ਨਹੀਂ ਅਜੇ, ਕਿਉਂਕਿ ਸਾਡੀ ਸੁਰਤ ਨਹੀਂ ਅਜੇ ਉਧਰ ਨੂੰ ਤੁਰੀ, ਅਸੀਂ ਉਹ ਸ਼ਬਦ ਨੂੰ ਪ੍ਰਗਟ ਨਹੀਂ ਅਜੇ ਕੀਤਾ। ਕਹਿੰਦੇ ਜਿਹੜਾ ਉਹ ਅਕਾਲ ਪੁਰਖ ਹੈ, ਉਹਦਾ ਅਸਲੀ ਸਥਾਨ ਤੇਰੇ ਮਨ ਦੇ ਵਿੱਚ ਹੈ। ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ, ਕਹਿੰਦੇ ਜਿਹਦੇ ਉੱਤੇ ਨਿਰੰਕਾਰ ਦੀ ਕਿਰਪਾ ਹੋ ਜਾਂਦੀ, ਜਿਹਨੂੰ ਨਿਰੰਕਾਰ ਸੱਚੇ ਪਾਤਸ਼ਾਹ ਜੀ ਮਿਹਰਬਾਨ ਕਰ ਦਿੰਦੇ ਨੇ, ਜਿਹੜਾ ਜੀਵ ਨਿਰਮਲ ਹੋ ਕੇ ਨਿਰੰਕਾਰ ਦੇ ਪਾਸ ਆ ਜਾਂਦਾ, ਉਸ ਵਿਰਲੇ ਨੂੰ ਇਸ ਦਾ ਗਿਆਨ ਹੋ ਜਾਂਦਾ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਤਿਸ ਲੈ ਪੁੰਚਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਹਿਜ ਕਥਾ, ਗਿਆਨ ਰੂਪੀ ਕਥਾ ਦੇ ਨਾਂ ਦਾ ਉਹਦੇ ਅੰਦਰ ਅੰਮ੍ਰਿਤ ਦਾ ਕੁੰਟ ਬਣ ਜਾਂਦਾ। ਅੰਮ੍ਰਿਤ ਸਦਾ ਅਮਰ ਰਹਿਣ ਵਾਲੀ ਨਿਰੰਕਾਰ ਦੀ ਗੁਰਬਾਣੀ, ਸਦਾ ਗਿਆਨ। ਕੁੰਟ ਕਹਿੰਦੇ ਨੇ ਜਾਣੇ ਇੱਕ ਘੜਾ, ਉਹਦੇ ਅੰਦਰ ਉਹ ਘੜਾ ਸਦਾ ਅੰਮ੍ਰਿਤ ਦਾ ਭਰਿਆ ਰਹਿੰਦਾ ਹੈ। ਪਰ ਜਿਸੇ ਪ੍ਰਾਪਤ ਤਿਸੇ ਲੈ ਪਹੁੰਚਾ, ਪਰ ਜਿਹਨੂੰ ਇਹ ਪ੍ਰਾਪਤ ਹੁੰਦਾ ਭਾਈ, ਜਿਹਦੇ ਉੱਤੇ ਨਿਰੰਕਾਰ ਕਿਰਪਾ ਕਰਦੇ, ਉਹੀ ਇਸ ਦਾ ਆਨੰਦ ਚੱਖਦਾ ਹੈ। ਰਹਾਉ ਅਨਹਤ ਬਾਣੀ ਥਾਨ ਨਿਰਾਲਾ, ਤਾਂ ਕੀ ਧੁਨ ਮੋਹੇ ਗੋਪਾਲਾ। ਜਿੱਥੇ 4 ਜੀਵ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਣ, ਜਿੱਥੇ 4 ਜੀਵ ਬੈਠ ਕੇ ਵਾਹਿਗੁਰੂ ਦੀ ਵਡਿਆਈ ਕਰਨ ਲੱਗ ਪੈਣ, ਕਹਿੰਦੇ ਉਹ ਅਨਹਤ ਬਾਣੀ ਜਿਹੜੀ ਹੈ, ਜਿੱਥੇ 4 ਜੀਵ ਬੈਠ ਕੇ ਇਹ ਬਾਣੀ ਦੀ ਵਡਿਆਈ ਕਰਨੀ ਸ਼ੁਰੂ ਕਰ ਦੇਣ, ਥਾਨ ਨਿਰਾਲਾ ਬਣ ਜਾਂਦਾ, ਭਾਗਾਂ ਵਾਲਾ ਬਣ ਜਾਂਦਾ ਹੈ। ਤਾਂ ਕਿ ਧੁਨ ਮੋਹੇ ਗੋਪਾਲਾ, ਕਹਿੰਦੇ ਉਹ ਜਿਹੜੀ ਉਹਦੇ ਆਵਾਜ਼ ਆ ਰਹੀ ਹੁੰਦੀ ਆ, ਸਾਰੇ ਇੱਕ ਸੁਰ ਦੇ ਵਿੱਚ ਨਿਰੰਕਾਰ ਦੀ ਬੰਦਗੀ ਕਰ ਰਹੇ ਨੇ। ਜਿਹੜੀ ਉਥੋਂ ਧੁਨ ਨਿਕਲਦੀ, ਆਵਾਜ਼ ਨਿਕਲਦੀ, ਉਹ ਤਾਂ ਵਾਹਿਗੁਰੂ ਨੂੰ ਵੀ ਮੋਹ ਲੈਂਦੀ ਹੈ। ਗੋਪਾਲ ਕਹਿੰਦੇ ਨੇ ਗੋ ਧਰਤੀ ਪਾਲਣਹਾਰਾ ਪਾਲ, ਕਹਿੰਦੇ ਉਹਨੂੰ ਵੀ ਉਹ ਮੋਹ ਲੈਂਦੀ ਹੈ ਧੁਨ। ਜਹ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਇਸੇ ਤਰ੍ਹਾਂ ਦੇ ਜਿਹੜੇ ਸਤ ਸੰਗ ਦੇ ਅਖਾੜੇ ਲੱਗਦੇ ਹੀ ਰਹਿੰਦੇ ਨੇ। ਜਿੱਥੇ ਵੀ ਅਖਾੜਾ ਸਤ ਸੰਗ ਦਾ ਲੱਗੇਗਾ, ਇੱਕੋ ਨਾਮ ਦੇ ਉੱਤੇ ਬੰਦਗੀ ਹੋਵੇਗੀ। ਕਹਿੰਦੇ ਪਾਰ ਬ੍ਰਹਮ ਕੇ ਸੰਗੀ ਸੰਤਾ, ਜਿਹੜੇ ਪਾਰ ਬ੍ਰਹਮ ਨਿਰੰਕਾਰ ਦੇ ਲਾਗੇ ਪ੍ਰਵਾਨ ਹੋਏ ਸਾਧੂ ਸੰਤ ਨੇ, ਉਹ ਸਦਾ ਹੀ ਉੱਥੇ ਹੋਣਗੇ। ਉੱਥੇ ਸਦਾ ਹੀ ਉਸ ਜਿਹੜੇ ਸਤ ਸੰਗ ਦਾ ਅਖਾੜਾ, ਉਹਦੇ ਵਿੱਚ ਉਹ ਸ਼ਮੂਲੀਅਤ ਕਰਦੇ ਜ਼ਰੂਰ ਹੋਣਗੇ। ਹਰਿਖੇ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਕਉ ਦੀਆ। ਜਾਂ ਕਹਿ ਦਈਏ ਵੀ ਉਹ ਜਿਹੜੇ ਸਾਧੂ ਸੰਤ ਨੇ, ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਦੇ ਪ੍ਰਵਾਨ ਹੋਏ ਨੇ, ਉਹ ਸਦਾ ਹੀ ਉੱਥੇ ਹਾਜ਼ਰ ਹੁੰਦੇ ਨੇ। ਤੁਸੀਂ ਕਿਤੇ ਨਾ ਕਿਤੇ ਜ਼ਰੂਰ ਜੀਵਨ ਦੇ ਵਿੱਚ ਐਕਸਪੀਰੀਅੰਸ ਜ਼ਰੂਰ ਹੋਏਗਾ। ਜਿਹੜੇ ਜੁੜੇ ਹੋਏ ਨੇ ਬਾਣੀ ਨੇ, ਜਿਹੜੇ ਸਤਿਗੁਰ ਦੇ ਨਿਰੰਕਾਰ ਦੇ ਬਣ ਗਏ ਨੇ, ਉਹ ਕਹਿੰਦੇ ਨੇ ਵੀ ਫਲਾਣੇ ਦੇ ਉੱਤੇ ਮੈਂ ਤਾਂ ਇੱਕ ਔਰਾ ਦੇਖਿਆ, ਉਹਦੇ ਸਿਰ ਦੇ ਉੱਤੇ ਇੱਕ ਚੱਕਰ ਹੈ,
ਫਲਾਣੇ ਜੀਵ ਦੇ ਸਿਰ ਦੇ ਉੱਤੇ ਚੱਕਰ ਹੈ, ਉਹਦਾ ਮਸਤਕ ਬੜਾ ਤੇਜ਼ ਹੈ, ਉਹਦੇ ਬਚਨ ਬੜੇ ਅਡੋਲ ਨੇ, ਤੇ ਔਰ ਕਹਿੰਦੇ ਨੇ ਇਸ ਤਰ੍ਹਾਂ ਅਨੁਭਵ ਹੁੰਦਾ ਕਿ ਸ਼ਹੀਦਾਂ ਦਾ ਪਹਿਰਾ ਉਹਦੇ ਨਾਲ ਹੈ। ਇਹ ਗੱਲਾਂ ਸੱਚੀਆਂ ਨੇ ਗੁਰਮੁਖੋ, ਇਹ ਗੱਲਾਂ ਸੱਚੀਆਂ ਨੇ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਬੰਦਗੀ ਕਰਨੀ ਸ਼ੁਰੂ ਤਾਂ ਕਰੋ, ਕਿਤੇ ਰਾਜੂ ਮਾਰਗ ਤੇ ਤੁਰਤਾ ਪਾਓ। ਇੱਕ ਵਾਰੀ ਥੋੜਾ ਬੜਾ ਵਿਚਾਰ ਕਰਕੇ ਕਠੋਰ ਮਨ ਨੂੰ ਥੋੜਾ ਜਿਹਾ ਤਾਂ ਨਿਰੰਕਾਰ ਦੀ ਕਿਰਪਾ ਦੇ ਨਾਲ ਮੋਮ ਬਣਾ ਕੇ ਤੁਰਤਾ ਪਾਓ। ਇਹ ਸਾਰੀਆਂ ਚੀਜ਼ਾਂ ਨਿਰੰਕਾਰ ਆਪ ਜੀ ਨੂੰ ਬਖਸ਼ ਦੇਣਗੇ। ਪਰ ਗੁਰੂ ਜੀ ਕਹਿੰਦੇ ਨੇ ਵੀ ਉਹ ਜਿਹੜੇ ਸੰਤ ਨੇ, ਜਿਹੜੇ ਪਾਰਬ੍ਰਹਮ ਦੇ ਸੰਗੀ ਨੇ, ਉਹਨਾਂ ਦਾ ਰੂਪ ਕੀ ਆ? ਕਹਿੰਦੇ ਹਰਕ ਅਨੰਤ ਸੋਗ ਨਹੀਂ ਪੀਆ। ਨਾ ਤਾਂ ਉਸ ਸਰੀਰ ਨੂੰ, ਉਸ ਜੀਵ ਨੂੰ ਕਿਸੇ ਤਰ੍ਹਾਂ ਦਾ ਹਰਕ ਆਉਂਦਾ। ਹਰਕ ਜਿਹੜਾ ਹੁੰਦਾ ਹੈ ਉਹ ਹੈ ਆਨੰਦ, ਹਰਕ ਅਨੰਤ, ਜਿਹੜੇ ਕਿਸੇ ਕਿਸਮ ਦਾ ਵੀ ਉਹਨਾਂ ਨੂੰ ਸੋਗ ਨਹੀਂ, ਫਿਕਰ ਨਹੀਂ ਹੁੰਦਾ, ਤੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ, ਕਿਉਂਕਿ ਇੱਕ ਬਰਾਬਰ ਹੁੰਦੇ ਨੇ। ਉਸ ਦਾ ਜਿਹੜਾ ਮਨ ਹੈ, ਉਸ ਦੀ ਜਿਹੜੀ ਚੇਤਨਾ, ਉਸ ਦਾ ਜਿਹੜਾ ਘਰ ਹੈ, ਆਹ ਸਰੀਰ ਹੈ, ਉਹ ਨਿਰਮਲ ਪਵਿੱਤਰ ਹੋਇਆ ਹੁੰਦਾ ਹੈ। ਕਹਿੰਦੇ ਜਿਸ ਵੇਲੇ ਪਵਿੱਤਰ ਹੁੰਦਾ, ਇਹ ਘਰ ਨੂੰ ਵੀ ਗੁਰੂ ਨਾਨਕ ਨੂੰ ਉਸ ਨੇ ਦੇ ਦਿੱਤਾ। ਇਹਦੇ ਅੰਦਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਣ ਕੇ ਵਸ ਗਏ। ਸੋ ਗੁਰੂ ਜੀ ਕਹਿੰਦੇ ਨੇ ਉਹ ਘਰ ਬਣਾ ਆਪਣਾ, ਜੇ ਇਸ ਸਰੀਰ ਨੂੰ ਇਸ ਰੂਪ ਦੇ ਵਿੱਚ ਬਣਾ ਪਾਈ ਜਿੱਥੇ ਨਾ ਹਰਕ ਹੋਵੇ ਤੇ ਨਾ ਹੀ ਅਨੰਤ ਹੋਵੇ, ਤੇ ਨਾ ਇੱਥੇ ਕੋਈ ਸੋਗ ਹੋਵੇ, ਤੇ ਨਾ ਹੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਫਿਕਰ ਹੋਵੇ, ਤਾਂ ਫਿਰ ਕਹਿੰਦੇ ਇਹ ਘਰ, ਇਹ ਸਰੀਰ ਆਪਣਾ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਬਖਸ਼ ਦੇ। ਗੌੜੀ ਮਹਲਾ ਪੰਜਵਾਂ। ਕਵਨ ਰੂਪ ਤੇਰਾ ਆਰਾਧੂ, ਕਵਨ ਜੋਗ ਕਾਇਆ ਲੈ ਸਾਧੂ। ਇਹ ਹਨ ਸਵਾਲ ਤੇ ਜਵਾਬ ਆਪਾਂ ਆਪਣੇ ਕੋਲੋਂ ਦੇਣੇ ਨੇ। ਇਹ ਸਵਾਲ ਨੇ। ਗੁਰੂ ਜੀ ਕਹਿੰਦੇ ਨੇ ਵੀ ਜੇ ਕੋਈ ਆਣ ਕੇ ਤੁਹਾਨੂੰ ਆਹ ਸਵਾਲ ਕਰੇ ਤਾਂ ਤੁਸੀਂ ਹੁਣ ਜਵਾਬ ਕੀ ਦੇਣਾ? ਜਵਾਬ ਤਾਂ ਉਦੋਂ ਹੀ ਦਵੋਗੇ ਜਦੋਂ ਤੁਸੀਂ ਗੁਰਮੁਖ ਬਣ ਗਏ। ਜਵਾਬ ਉਦੋਂ ਹੀ ਦੋਗੇ ਜਦੋਂ ਨਿਰੰਕਾਰ ਨੇ ਆਪ ਜੀ ਦੇ ਉੱਤੇ ਕਿਰਪਾ ਕਰ ਦਿੱਤੀ, ਤੁਸੀਂ ਜਰ ਬਣ ਗਏ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੂਹਰੇ ਸਵਾਲ ਕੀਤਾ ਸੰਸਾਰੀ ਜੀਵ ਨੇ, ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਦੇ ਵਿੱਚ ਹੀ ਜਵਾਬ ਦੇ ਰਹੇ ਨੇ। ਕਹਿੰਦੇ ਕਵਣ ਰੂਪ ਤੇਰਾ ਆਰਾਧੂ। ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਤੇਰਾ ਰੂਪ ਮੈਂ ਹਿਰਦੇ 'ਚ ਟਿਕਾ ਕੇ ਤੇਰੀ ਆਰਾਧਨਾ ਕਰਾਂ, ਬੰਦਗੀ ਕਰਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਮੇਰੇ ਉੱਤੇ ਕਿਰਪਾ ਕਰਕੇ ਦੱਸੋ। ਤੇ ਜਦੋਂ ਇਹ ਬਚਨ ਆਏਗਾ, ਤੁਸੀਂ ਜੇ ਨਿਰੰਕਾਰ ਦੀ ਤੁਹਾਡੇ ਉੱਤੇ ਕਿਰਪਾ ਹੈ, ਤੁਸੀਂ ਨਾਲ ਹੀ ਉਹ ਬਚਨ ਉਹਨੂੰ ਕਹਿ ਦੋਗੇ, ਸਤ ਚਿੱਤ, ਸੱਚੇ ਦੇ ਨਾਲ ਮਨ ਨੂੰ ਜੋੜ ਕੇ ਆਨੰਦ ਸਰੂਪ ਬਣਾ ਕੇ, ਆਪਣਾ ਨਿਰਮਲ ਸਰੂਪ ਬਣਾ ਕੇ ਉਹ ਨਿਰੰਕਾਰ ਦੇ ਚਰਨਾਂ ਦੀ ਆਰਾਧਨਾ ਕਰ ਸਕਦਾ, ਉਸ ਨਾਮ ਦੀ ਆਰਾਧਨਾ ਕਰ ਸਕਦਾ। ਇਸ ਨਾਲ ਤੈਨੂੰ ਪਰਮਾਤਮਾ ਪ੍ਰਾਪਤ ਹੋਵੇਗਾ। ਕਵਣ ਜੋਗ ਕਾਇਆ ਲੈ ਸਾਧੂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੀ ਜੁਗਤੀ ਔਰ ਜਾਂ ਕਿਹੜੀ ਜੋਗ ਵਾਲੀ ਸਾਧਨਾ ਮੈਂ ਕਰਾਂ? ਇਹਨਾਂ ਦੇ ਨਿਵਲ ਭੰਗਮ ਜਿਹੜੇ ਇਹਨਾਂ ਦੇ ਜਿਹੜੇ ਆਸਣ ਨੇ 84 ਨੇ, ਕਿਹੜਾ ਆਸਣ ਲਾਵਾਂ ਜਿਹਦੇ ਨਾਲ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਉੱਤੇ ਅਥਾਹ ਖੁਸ਼ ਹੋਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਤੇਰੀ ਬਿਰਤੀ ਆ ਨਾ, ਚਿੱਤ ਬਿਰਤੀ ਜਿਹੜੀ ਆ, ਉਸ ਨੂੰ ਅਡੋਲ ਬਣਾ ਕੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜ ਦੇ। ਤੇ ਚਰਨਾਂ ਦਾ ਬਹੁਤ ਵਾਰ ਆਪਾਂ ਗਿਆਨ ਕਰ ਚੁੱਕੇ ਹਾਂ। ਔਰ ਇਸ ਤਰ੍ਹਾਂ ਕਰ ਕਹਿੰਦੇ ਭਗਤੀ ਜੋਗ ਜਿਹੜਾ ਹੈ ਉਸ ਨੂੰ ਧਾਰਨ ਕਰ, ਤੇ ਇਹੀ ਤੇਰੇ ਸਰੀਰ ਦੀ ਅਸਲੀ ਸਾਧਨਾ ਹੈ। ਕਵਨ ਗੁਣ ਜੋ ਤੁਝ ਲੈ ਗਾਵੋਂ, ਕਵਨ ਬੋਲ ਪਾਰ ਬ੍ਰਹਮ ਰਿਜਾਵੋਂ। ਵਾਹਿਗੁਰੂ ਜੀ ਮੈਂ ਕਿਹੜੇ ਗੁਣ ਧਾਰਨ ਕਰਕੇ ਆਪ ਨੂੰ ਗਾਵਾਂ ਜਿਹਦੇ ਨਾਲ ਸਤਿਗੁਰ ਜੀ ਤੁਸੀਂ ਖੁਸ਼ ਹੋ ਜਾਵੋ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਸੰਤੋਖ ਧੀਰਜ ਧਰਮ, ਇਹਨਾਂ ਨੂੰ ਹਿਰਦੇ ਦੇ ਵਿੱਚ ਟਿਕਾ ਲਾ। ਇਸ ਤਰ੍ਹਾਂ ਦੇ ਗੁਣਾਂ ਦਾ ਧਾਰਨੀ ਹੋ ਜਾ, ਤੇ ਫਿਰ ਤੂੰ ਜਰਾ ਜਸ ਗਾਇਨ ਕਰ ਮੇਰਾ, ਤੇ ਮੈਂ ਤੇਰਾ ਇਹ ਕੀਤਾ ਹੋਇਆ ਜਸ ਮੈਨੂੰ ਪ੍ਰਵਾਨ ਜ਼ਰੂਰ ਹੋਵੇਗਾ। ਤੂੰ ਮੈਨੂੰ ਬੜਾ ਪਿਆਰਾ ਲੱਗਣਾ ਸ਼ੁਰੂ ਹੋ ਜਾਵੇਗਾ। ਰਹਾਉ ਠਹਿਰੋ। ਕਵਣ ਬੋਲ ਪਾਰ ਬ੍ਰਹਮ ਰਜਾਵੂ। ਤੇ ਮਾਲਕ ਕਿਹੜੇ ਬੋਲਾਂ ਦੇ ਨਾਲ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬੰਦਗੀ ਕਰਾਂ ਜਿਹਨਾਂ ਤੁਸੀਂ ਪ੍ਰਸੰਨ ਹੋ ਜਾਵੋ। ਸਤਿਗੁਰ ਕਹਿੰਦੇ ਮਿੱਠੇ ਬੋਲ, ਪ੍ਰੇਮ ਦੇ ਬੋਲ, ਆਨੰਦ ਦੇ ਬੋਲ, ਇਹ ਬੋਲ। ਕੌੜਾ ਬੋਲ ਨਾ ਕਿਸੇ ਨੂੰ ਬੋਲ, ਕਿਉਂਕਿ ਸਾਰੀ ਕਾਇਨਾਤ ਮੇਰੀ ਆਪਣੀ ਹੈ। ਸੋ ਇਹ ਜਿਸ ਵੇਲੇ ਤੂੰ ਇਹ ਧਾਰਨੀ ਹੋ ਗਿਆ ਨਾ ਗੁਣਾਂ ਦੇ, ਤਾਂ ਤੇਰੇ ਇਹਨਾਂ ਬੋਲਾਂ ਦੇ ਰਾਹੀਂ ਮੈਂ ਪ੍ਰਸੰਨ ਹੋ ਜਾਵਾਂਗਾ। ਰਹਾਉ ਕਵਨ ਸੋ ਪੂਜਾ ਤੇਰੀ ਕਰੋ,
ਕਵਣ ਸੋ ਵਿਦ ਜਿਤ ਪਵ ਜਲ ਤਰੂੰ। ਮੈਂ ਕਿਹੜੇ ਰੂਪ ਦੇ ਨਾਲ ਆਪ ਜੀ ਦੀ ਸਤਿਗੁਰ ਜੀ ਪੂਜਾ ਕਰਾਂ? ਤੇ ਜੇ ਸੁਰਤਾ ਤੁਰ ਕਹਿੰਦੇ ਨੇ ਤੂੰ ਪੂਜਾ ਕਰ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ, ਆਪਣਾ ਸਭ ਕੁਝ ਛੱਡ ਕੇ। ਇਹ ਜਿਹੜਾ ਤੇਰਾ ਜਿਹੜਾ ਸਰੀਰ ਹੈ ਇਹ ਵੀ ਨਿਰੰਕਾਰ ਨੂੰ ਦੇ ਦੇ। ਕਹਿੰਦੇ ਇਸ ਤਰ੍ਹਾਂ ਵੀ ਪੂਜਾ ਕਰ, ਤੇਰੀ ਇਹ ਪੂਜਾ ਪ੍ਰਵਾਨ ਹੋਵੇਗੀ। ਤਾਂ ਕਹਿੰਦੇ ਨੇ ਕਵਨ ਸੁਬਿਧ ਜਿਤ ਭਵ ਜਲ ਤਰੂੰ। ਮਾਲਕ ਕਿਹੜੀ ਮੈਂ ਕਿਸ ਤਰ੍ਹਾਂ ਕਿਹੜੀ ਮੈਨੂੰ ਯੁਕਤੀ ਤੁਸੀਂ ਦੱਸੋ, ਮੈਂ ਕਿਹੜੀ ਯੁਕਤੀ ਨਾਲ ਇਹ ਜਿਹੜਾ ਸੰਸਾਰ ਹੈ ਅਗਨ ਸਾਗਰ ਹੈ ਇਹਨੂੰ ਮੈਂ ਪਾਰ ਕਰ ਸਕਦਾ। ਸਤਿਗੁਰ ਕਹਿੰਦੇ ਵਿਰਤੀ ਜਿਹੜੀ ਇਸ ਤਰ੍ਹਾਂ ਦੀ ਤੂੰ ਬਣਾ ਲਾ ਸ਼ਰਧਾ ਵਾਲੀ, ਤੇਰੇ ਅੰਦਰ ਅਥਾਹ ਦੀ ਸ਼ਰਧਾ ਆ ਜਾਵੇ। ਤੇਰਾ ਸ਼ਰਧਾ ਪ੍ਰੇਮ ਨੂੰ ਵੀ ਕਹਿੰਦੇ ਨੇ, ਤੇਰਾ ਪ੍ਰੇਮ ਅਟੁੱਟ ਹੋ ਜਾਵੇ। ਤੂੰ ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਣੇ ਤਾਂ ਫਿਰ ਕਹਿੰਦੇ ਵੀ ਜਿਹੜੀ ਤੂੰ ਇਸ ਸੰਸਾਰ ਤੋਂ ਪਾਰ ਉਤਾਰਾ ਤੇਰਾ ਹੋ ਜਾਵੇਗਾ। ਕਵਨ ਤਪ ਜਿਤ ਤਪਿਆ ਹੋਏ, ਕਵਨ ਸੁਨਾਮ ਹਉ ਮੈਂ ਮਲ ਖੋਏ। ਵਾਹਿਗੁਰੂ ਜੀ ਮੈਂ ਕਿਹੜਾ ਤਪ ਕਰਾਂ? ਤਪਿਆ ਬਣ ਕੇ ਮੈਂ ਕਿਹੜਾ ਆਪ ਜੀ ਦਾ ਤਪ ਕਰਾਂ? ਅਸਲ ਵਿੱਚ ਮੈਨੂੰ ਉਹ ਤਪ ਦਾ ਗਿਆਨ ਦੇਵੋ। ਤੇ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਗੁਰੂ ਦੀ ਸੇਵਾ ਹੀ ਅਸਲੀ ਤਪ ਹੈ। ਤਪ ਕਹਿੰਦੇ ਨੇ ਬੰਦਗੀ ਨੂੰ, ਭਗਤੀ ਨੂੰ। ਕਹਿੰਦੇ ਗੁਰੂ ਦੀ ਸੇਵਾ ਹੀ ਅਸਲੀ ਭਗਤੀ ਹੈ। ਗੁਰੂ ਦੀ ਸੇਵਾ ਦੇ ਨਾਲ ਸਾਡਾ ਜਿਹੜਾ ਮਨ ਹੈ ਤੇ ਇਹ ਜਿਹੜਾ ਸਰੀਰ ਹੈ ਪਵਿੱਤਰ ਹੋ ਜਾਂਦਾ। ਕਵਣ ਸੋ ਨਾਮ ਹਉਮੈ ਮਲ ਕੋ। ਕਹਿੰਦੇ ਕਿਹੜਾ ਨਾਮ ਹੈ ਜਿਹਦੇ ਕਿਰਪਾ ਦੇ ਨਾਲ ਮੇਰੇ ਅੰਦਰੋਂ ਹਉਮੈ ਜਿਹੜੀ ਹੈ ਖਤਮ ਹੋ ਜਾਵੇ। ਜਦ ਹਉਮੈ ਖਤਮ ਹੋ ਗਈ ਤਾਂ ਸਭ ਕੁਝ ਹੀ ਖਤਮ ਹੋ ਗਿਆ। ਤੇ ਫਿਰ ਉਸ ਵੇਲੇ ਗਿਆਨ ਆ ਜਾਏਗਾ, ਬਚਨ ਚਾਤੇ ਆਵੇਗਾ। ਤੁਹਾਨੂੰ ਕਿਹੜਾ ਆਊਗਾ? ਕੀਰਤਮ ਨਾਮ ਜਪੇ ਤੇਰੇ ਜੇਬਾ, ਸਤਨਾਮ ਤੇਰਾ ਪਰਾਪੁਰ। ਸਤਨਾਮ ਵਾਹਿਗੁਰੂ ਦੇ ਮੰਤਰ ਦਾ ਤੂੰ ਜਾਪ ਕਰ, ਇਹੀ ਅਸਲੀ ਨਾਮ ਹੈ। ਗੁਣ ਪੂਜਾ ਗਿਆਨ ਧਿਆਨ, ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਇਆਲ। ਕਹਿੰਦੇ ਨੇ ਗੁਣ ਪੂਜਾ, ਇਹ ਜਿਹੜੇ ਪੂਜਾ ਦੇ ਗੁਣ ਧਾਰਨੀ ਕਰ ਲਾ। ਪੂਜਾ ਦੇ ਗੁਣ ਧਾਰਨੀ ਕਰ ਲਾ। ਕਿਹੜੇ? ਕਹਿੰਦੇ ਇੱਕ ਤਾਂ ਗਿਆਨ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਲੈ ਲੈ, ਸਤਿਗੁਰ ਦੇ ਹੁਕਮ ਦੇ ਵਿੱਚ ਚੱਲ, ਉਹਦੀ ਰਜ਼ਾ ਦੇ ਵਿੱਚ। ਤੇ ਜਿਹੜਾ ਤੇਰਾ ਧਿਆਨ ਹੈ, ਤੇਰੀ ਵਿਰਤੀ ਜਿਹੜੀ ਹੈ ਉਹ ਅਡੋਰ ਬਣ ਜਾਵੇ, ਭਟਕਣ ਦੇ ਵਿੱਚ ਮਨ ਨਾ ਆਵੇ। ਤੇ ਜੇ ਮਨ ਭਟਕਣ ਦੇ ਵਿੱਚ ਤਾਂ ਵਿਰਤੀ ਵੀ ਨਹੀਂ ਆਏਗੀ। ਗੁਰੂ ਨਿਰੰਕਾਰ ਕਹਿੰਦੇ ਨੇ ਵੀ ਇਹ ਤੇਰੀ ਸਹੀ ਸਾਬ ਕਾਲ ਹੈ, ਇਹ ਤੇਰੀ ਸਹੀ ਕਮਾ ਹੈ। ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ। ਜਿਸ ਕਾਲ ਦੇ ਨਾਲ, ਇਸ ਤਰ੍ਹਾਂ ਦੀ ਕੀਤੀ ਹੋਈ ਸੇਵਾ ਦੇ ਨਾਲ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਨਗੇ। ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਦਿਆਲੂ ਪ੍ਰਭੂ ਤੈਨੂੰ ਸਾਰੀਆਂ ਵਸਤੂਆਂ ਦੇ ਨਾਲ ਤੇਰੇ ਨਾਲ ਹੀ ਤੈਨੂੰ ਵੀ ਆਪਣੇ ਨਾਲ ਮਿਲਾ ਲੈਣਗੇ। ਤਿਸ ਹੀ ਗੁਣ ਤਿਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੇ ਸੁਖ ਦਾਤਾ। ਵਾਹਿਗੁਰੂ ਤੂੰ ਹੀ ਹੋ। ਕਹਿੰਦੇ ਨੇ ਤਿਸ ਹੀ ਗੁਣ, ਜਿਹੜੇ ਗੁਣ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸੋਝੀ ਦੇ ਕੇ ਸਮਝਾਏ ਨੇ। ਕਿਰਪਾ ਤਾਂ ਉਹਦੀ ਆ ਨਾ, ਆਪਾਂ ਥੋੜ੍ਹਾ ਬੋਲ ਸਕਦੇ ਆ। ਜੋ ਮਤ ਉਹੀ ਦਊਗਾ ਉਹੀ ਆ ਤੁਹਾਡੇ ਅੱਗੇ ਰੱਖਾਂਗੇ ਭਾਈ। ਇਹ ਜਿਹੜੇ ਗੁਣ ਮਾਲਕ ਨੇ ਸਾਨੂੰ ਸਮਝਾਏ ਨੇ ਉਹ ਗੁਣ ਤੁਹਾਡੇ ਨਾਲ ਸਾਂਝੇ ਕਰ ਲਏ ਨੇ। ਤੇ ਮਹਾਰਾਜ ਕਹਿੰਦੇ ਵੀ ਉਹ ਗੁਣਾਂ ਦਾ ਤੂੰ ਧਾਰਨੀ ਹੋ ਜਾ। ਇਹ ਜਦੋਂ ਤੂੰ ਇਹਨਾਂ ਗੁਣਾਂ ਦਾ ਧਾਰਨੀ ਹੋ ਗਿਆ, ਇਹ ਗੁਣ ਜਿਹੜੇ ਤੇਰੇ ਸਫਲ ਹੋ ਜਾਣਗੇ। ਇਹਨਾਂ ਦੇ ਰਾਹੀਂ ਉਹ ਪਾਰ ਬ੍ਰਹਮ ਵਾਹਿਗੁਰੂ ਨੂੰ ਤੂੰ ਜਾਣ ਲਵੇਂਗਾ। ਰਹਾਓ ਦੂਜਾ ਗੌੜੀ ਮਹਲਾ ਪੰਜਵਾਂ। ਆਪਨ ਤਨ ਨਹੀਂ ਜਾ ਕੇ ਗਰਬਾ, ਰਾਜ ਮਿਲਖ ਨਹੀਂ ਆਪਨ ਦਰਬਾ। ਹੇ ਸੰਸਾਰੀ ਜੀਵ, ਜਿਸ ਤਨ ਦੇ ਉੱਤੇ ਤੈਨੂੰ ਬੜਾ ਹੰਕਾਰ ਹੈ, ਇਹ ਵੀ ਤੇਰਾ ਆਪਣਾ ਨਹੀਂ ਭਾਈ। ਆਪਨ ਤਨ ਨਹੀਂ ਜਾ ਕੋ ਗਰਬਾ, ਜਿਹਦੇ ਉੱਤੇ ਤੈਨੂੰ ਬੜਾ ਮਾਣ ਹੈ, ਇਹ ਵੀ ਤੇਰਾ ਆਪਣਾ ਨਹੀਂ ਹੈ। ਰਾਜ ਮਿਲਕ ਨਹੀਂ ਆਪਨ ਦਰਬਾ। ਆ ਜਿਹੜੇ ਰਾਜ ਭਾਗ ਤੈਨੂੰ ਪ੍ਰਾਪਤ ਹੋਏ ਨੇ, ਜਿਹੜੀਆਂ ਬੜੀਆਂ ਜਗੀਰਾਂ ਤੈਨੂੰ ਤੇ ਧਨ ਨੂੰ ਪ੍ਰਾਪਤ ਹੋਇਆ, ਇਹ ਵੀ ਤੇਰਾ ਆਪਣਾ ਨਹੀਂ ਹੈ। ਆਪਨ ਨਹੀਂ ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ। ਆਪਨ ਨਹੀਂ ਕਾਕੋ ਲਪਟਾਇਓ। ਜਿਹੜੀ ਚੀਜ਼ ਆਪਣੀ ਨਹੀਂ, ਗੁਰੂ ਜੀ ਕਹਿੰਦੇ ਨੇ, ਸਮਝਾਉਂਦੇ ਨੇ। ਇੱਥੇ ਹੁਣ ਮੌਤ ਨੂੰ ਚੇਤੇ ਕਰਾਉਂਦੇ ਨੇ ਵਾਹਿਗੁਰੂ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਕਹਿੰਦੇ, ਜਿਹੜੀ ਚੀਜ਼ ਤੇਰੀ ਆਪਣੀ ਨਹੀਂ, ਤੂੰ ਉਹਦੇ ਨਾਲ ਕਾਹਦੇ ਲਪਟਾਇਆ ਹੋਇਆ ਹੈ? ਆਪਨ ਨਹੀਂ ਕਾਕੋ ਲਪਟਾਇਆ। ਜਿਹੜੀ ਚੀਜ਼ ਤੇਰੀ ਆਪਣੀ ਨਹੀਂ, ਉਹਦੇ ਨਾਲ ਕਾਹਦੇ ਤੂੰ ਚੰਬੜਿਆ ਹੋਇਆ ਹੈ?
ਆਪਨ ਨਾਮ ਸਤਿਗੁਰ ਤੇ ਪਾਇਓ। ਤੂੰ ਇਸ ਤਰ੍ਹਾਂ ਕਰ, ਜਿਹੜਾ ਤੇਰਾ ਇਹ ਸਭ ਕੁਝ ਆ, ਤੇਰਾ ਨਾਮ ਵੀ ਜਿਹੜਾ ਹੈ ਉਹ ਵੀ ਤੂੰ ਉਹ ਵਾਹਿਗੁਰੂ ਦੇ ਕੋਲੋਂ ਪ੍ਰਾਪਤ ਕੀਤਾ। ਘਰ ਦੇ ਵਿੱਚ ਜੀ ਆਪਣੇ ਗੁਰਸਿੱਖਾਂ ਦੇ ਜੰਮਦਾ, ਉਹ ਪਹਿਲਾ ਕੰਮ ਕੀ ਕਰਦੇ ਨੇ? ਗੁਰਦੁਆਰੇ ਜਾਂਦੇ ਨੇ, ਜਾ ਕੇ ਗ੍ਰੰਥੀ ਸਿੰਘ ਨੂੰ ਬੇਨਤੀ ਕਰਦੇ ਵੀ ਅਰਦਾਸ ਕਰੋ, ਸਾਨੂੰ ਅਕਸ਼ਰ ਚਾਹੀਦਾ, ਅੱਖਰ ਚਾਹੀਦਾ, ਜਿਹਦੇ ਅੱਖਰ ਦੇ ਨਾਲ ਅਸੀਂ ਨਾਮ ਇਸ ਬੱਚੇ ਦਾ ਰੱਖੀਏ, ਤੇ ਨਾਲ ਅਸੀਂ ਗੁੜਤੀ ਦਵਾਉਣੇ ਉਹਨੂੰ। ਉਹ ਜਿਹੜਾ ਪਿਆਰਾ ਹੁੰਦਾ ਨਾ, ਜਿਹੜਾ ਗ੍ਰੰਥੀ ਹੁੰਦਾ, ਉਹ ਵੀ ਕੀ ਕਰਦਾ, ਥੋੜੇ ਜਿਹੇ ਜਲ ਲੈ ਕੇ ਵਿੱਚ ਥੋੜਾ ਜਿਹਾ ਮਿੱਠਾ ਪਾ ਕੇ, ਜੇ ਪਤਾਸਾ ਨਹੀਂ ਤਾਂ ਖੰਡ ਹੀ ਪਾ ਲੈਂਦਾ ਜਾਂ ਮਿਸਰੀ ਪਾ ਲੈਂਦਾ, ਉਹ ਸ੍ਰੀ ਸਾਹਿਬ ਦੇ ਨਾਲ ਫਿਰ ਜਪਜੀ ਸਾਹਿਬ ਦਾ ਪਾਠ ਪੜ੍ਹਦਾ। ਪੜ੍ਹ ਕੇ ਫਿਰ ਪਹਿਲਾਂ ਉਹੀ ਸ੍ਰੀ ਸਾਹਿਬ ਦੇ ਨਾਲ, ਛੋਟੀ ਦੇ ਨਾਲ ਬੱਚੇ ਦੇ ਮੁਖ ਦੇ ਵਿੱਚ 5 ਬੂੰਦਾਂ ਪਾ ਕੇ ਬਾਕੀ ਦਾ ਸਾਰਾ ਉਹਦੀ ਮਾਂ ਨੂੰ ਪੜਾ ਦਿੰਦਾ। ਤੇ ਕਹਿੰਦੇ ਵੀ ਇਹ ਨਾਮ ਵੀ ਤੇਰਾ ਨਹੀਂ ਹੈ, ਇਹਨੂੰ ਕਹਿੰਦੇ ਨੇ ਨਾਮ ਸੰਸਕਾਰ। ਜਦੋਂ ਫਿਰ ਅਸੀਂ ਨਾਮ ਰੱਖ ਲੈਨੇ, ਫਿਰ ਅਸੀਂ ਸੰਗਤ ਜਾ ਕੇ ਉੱਥੇ ਜਿਹੜਾ ਸਟੇਜ ਸੈਕਟਰੀ ਹੁੰਦਾ ਜਾਂ ਗ੍ਰੰਥੀ ਸਿੰਘ ਕਹਿੰਦੇ ਆ, ਆਹ ਨਾਮ ਅਸੀਂ ਬੱਚੇ ਦਾ ਰੱਖਿਆ। ਉਹ ਫਿਰ ਤੁਹਾਡਾ ਨਾਮ ਲੈ ਕੇ ਕਹੇਗਾ ਇਹਦੇ ਘਰ ਦੇ ਵਿੱਚ ਪੁੱਤ ਆਇਆ ਜਾਂ ਪੋਤਰਾ ਆਇਆ, ਪੋਤਰੀ ਆਈ ਜਾਂ ਧੀ ਆਈ, ਇਹਦਾ ਨਾਮ ਰੱਖਿਆ ਭਾਈ ਸੰਗਤ ਜੀ ਪ੍ਰਵਾਨਗੀ ਦੇਵੋ। ਸੰਗਤ ਵਿੱਚ ਜਕਾਰਾ ਛੱਡ ਕੇ ਪ੍ਰਵਾਨਗੀ ਦਿੰਦੀ ਹੈ, ਕਿਉਂਕਿ ਸੰਗਤ ਪਰਮਾਤਮਾ ਦਾ ਰੂਪ ਹੈ। ਤਾਂ ਮਹਾਰਾਜ ਕਹਿੰਦੇ ਤੇਰਾ ਨਾਮ ਜਿਹੜਾ ਵੀ ਆ ਉਹ ਵੀ ਤੇਰਾ ਆਪਣਾ ਨਹੀਂ, ਇਹ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਉਹਦੇ ਕੋਲੋਂ ਹੀ ਪਾਉਣਾ ਕੀਤਾ ਹੈ। ਰਹਾਉ ਸੁਤ ਬਨਤਾ ਆਪਨ ਨਹੀਂ ਪਾਈ, ਇਸ਼ਟ ਮੀਤ ਆਪ ਬਾਪ ਨਾ ਮਾਈ। ਸੁਤ ਕਹਿੰਦੇ ਨੇ ਪੁੱਤਰ ਨੂੰ, ਬਿਨਤਾ ਘਰ ਵਾਲੀ ਨੂੰ, ਇਸਤਰੀ ਤੇ ਜਿਹੜੇ ਭਾਈ ਭਰਾ ਨੇ, ਇਸ਼ਟ ਮੀਤ ਔਰ ਬਾਪ ਨਾ ਮਾਈ। ਕਹਿੰਦੇ ਜਿਹੜੇ ਤੇਰੇ ਬੜੇ ਪਿਆਰੇ ਨੇ, ਮਿੱਤਰ ਨੇ, ਦੋਸਤ ਨੇ, ਮਾਂ ਬਾਪ ਨੇ, ਇਹ ਵੀ ਤੇਰੇ ਆਪਣੇ ਨਹੀਂ ਹਨ। ਸੋਇਨਾ ਰੂਪਾ ਫੁਨ ਨਹੀਂ ਦਾਮ, ਹੈਵਰ ਗੈਵਰ ਆਪਨ ਨਹੀਂ ਕਾਮ। ਆ ਜਿਹੜਾ ਤੂੰ ਬੜਾ ਸੋਨਾ ਚਾਂਦੀ ਲੈ ਕੇ ਲੁਕੋ ਕੇ ਰੱਖਣ ਡਿਆ ਆ, ਜਾਂ ਜਿਹੜੇ ਤੇਰੇ ਕੋਲ 4 ਦਮੜੇ ਨੇ, ਇੱਥੇ ਮਾਇਆ ਦੀ ਗੱਲ ਕੀਤੀ, ਮਾਇਆ ਧਨ, ਕਹਿੰਦੇ ਇਹ ਵੀ ਤੇਰਾ ਆਪਣਾ ਨਹੀਂ ਹੈ। ਹੈਵਰ ਗੈਵਰ ਕਹਿੰਦੇ ਘੋੜੇ ਤੇ ਜਿਹੜੇ ਹਾਥੀ ਆ ਤੇਰੇ ਕੋਲ, ਉਹ ਵੀ ਤੇਰੇ ਕਿਤੇ ਕੰਮ ਨਹੀਂ ਆਉਣੇ, ਕਿਉਂਕਿ ਉਹ ਵੀ ਤੇਰੇ ਆਪਣੇ ਨਹੀਂ ਹਨ। ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ, ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਉੱਤੇ ਸਤਿਗੁਰ ਗੁਰਦੇਵ ਨਿਰੰਕਾਰ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਉਹਨੂੰ ਵਾਹਿਗੁਰੂ ਦੇ ਨਾਲ ਹੀ ਮਿਲਾ ਦਿੱਤਾ। ਤਿਸ ਕਾ ਸਭ ਕੁਛ, ਉਹਦਾ ਸਭ ਕੁਛ ਹੈ। ਕਿਹਦਾ? ਜਿਸ ਕਾ ਹਰ ਰਾਇਆ, ਜਿਹਦਾ ਪ੍ਰੀਤਮ ਵਾਹਿਗੁਰੂ ਆਪ ਬਣ ਗਿਆ ਪਿਆਰਾ। ਗੌੜੀ ਮਹਲਾ ਪੰਜਵਾਂ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਚਰਨ ਉੱਪਰ ਮੇਰੇ ਮੱਥੇ ਦੇ ਉੱਤੇ ਲੱਗਣ। ਇਹ ਹੁਣ ਇੱਥੇ ਚਰਨ ਹੀ ਆਣੇ ਨੇ, ਇੱਥੇ ਸ਼ਬਦ ਦੀ ਗੱਲ ਨਹੀਂ ਹੋਣੀ, ਗੁਰਬਾਣੀ ਦੀ ਜੋ ਗਿਆਨ ਦੀ ਗੱਲ ਨਹੀਂ ਆਣੀ। ਇੱਥੇ ਮਹਾਰਾਜ ਸ਼ਬਦ ਇੱਥੇ ਚਰਨ ਹੀ ਆਖਦੇ ਨੇ। ਹੁਣ ਗੁਰੂ ਦੇ ਚਰਨ ਜਦੋਂ ਅਸੀਂ ਆਨੇ ਆ, ਜਿੱਥੇ ਸਾਧ ਸੰਗਤ ਦੀ ਧੂੜ ਪਈ ਹੁੰਦੀ, ਅਸੀਂ ਚੱਕ ਕੇ ਮੱਥੇ ਨੂੰ ਲਾਉਂਦੇ ਨਾ। ਫੇਰ ਕੀ ਕਰਦੇ ਗੁਰੂ ਦੇ ਮੂਹਰੇ ਜਦੋਂ ਅਸੀਂ ਆਨੇ ਆ, ਜੋ ਵੀ ਨਿਰੰਕਾਰ ਨੇ ਦਿੱਤਾ ਹੁੰਦਾ ਉਹਦੇ ਵਿੱਚ ਦਮੜਾ ਪਾ ਕੇ ਗੋਲਕ ਦੇ ਵਿੱਚ ਅਸੀਂ ਖੜ ਕੇ ਅਰਦਾਸ ਕਰਕੇ ਹੱਥ ਜੋੜ ਕੇ ਨਿਰੰਕਾਰ ਨੂੰ, ਫਿਰ ਅਸੀਂ ਆਪਣਾ ਸੀਸ ਸਤਿਗੁਰੂ ਨੂੰ ਝੁਕਾ ਕੇ ਕਹਿੰਦੇ ਹੈ ਮੇਰੇ ਮਾਲਕ ਇਹ ਤੇਰਾ ਹੈ, ਇਹ ਤੇਰਾ ਹੈ। ਫਿਰ ਉਹ ਹੈ ਮੱਥਾ ਜਦੋਂ ਲੱਗਦਾ ਧਰਤੀ ਨਾਲ, ਉਹ ਗੁਰੂ ਦੇ ਚਰਨਾਂ ਦੇ ਨਾਲ ਭਾਈ ਲੱਗਦਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਾਗਤ ਜੋਤ ਪੂਰਨ ਗੁਰਾਂ ਦਾ ਦੇਹ ਹੈ। ਇਸ ਤਰ੍ਹਾਂ ਆਪਾਂ ਪਿਆਰ ਪਾਉਣਾ, ਇਸ ਤਰ੍ਹਾਂ ਅਨੁਭਵ ਕਰਨਾ, ਤਰਕਾਂ ਨਹੀਂ ਕਰਨੀਆਂ ਕਿ ਸ਼ਬਦ ਗੁਰੂ ਅਵਤਾਰ ਹੈ ਜੇ ਆ ਤੰਗੜਾ ਜਿਹਦਾ ਲੋਕ ਕਈ ਕਰਨ ਡਏ ਆ। ਇਦਾਂ ਨਹੀਂ, ਆਪਣੇ ਵਾਸਤੇ ਇਹ ਸਾਡੇ ਪੂਰਨ ਗੁਰਾਂ ਦੀ ਦੇਹ ਹੈ। ਇਸ ਕਰਕੇ ਇਸ ਦੇਹ ਦੇ ਆਪਾਂ ਪੂਰੇ ਸਤਿਕਾਰ ਨੂੰ ਦੇਹ ਵਾਂਗੂ ਹੀ ਕਰਦੇ। ਜਦੋਂ ਅਸੀਂ ਮੱਥਾ ਟੇਕਦੇ ਇਹ ਸਿਰ ਭਾਵ ਕਰਦੇ ਅੰਦਰ ਵੀ ਸਤਿਗੁਰ ਤੇਰੇ ਚਰਨਾਂ ਦੇ ਉੱਤੇ ਅਸੀਂ ਸੀਸ ਟਿਕਾ ਰਹੇ ਹਾਂ। ਜਿਨ੍ਹਾਂ ਨੇ ਸਤਿਗੁਰ ਦੇ ਚਰਨਾਂ ਦੇ ਉੱਤੇ ਸੀਸ ਟਿਕਾਇਆ ਜਾਂ ਜਿਨ੍ਹਾਂ ਦਾ ਮੱਥਾ ਨਿਰੰਕਾਰ ਦੇ ਚਰਨਾਂ ਨੂੰ ਛੋਇਆ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਉਸੇ ਵੇਲੇ ਜਿੰਨੇ ਪਾਪ ਸਨ, ਵਿਕਾਰ ਸਨ, ਜਿਹੜੇ ਬੰਧਨ ਸਨ, ਸਾਰੇ ਮਾਲਕ ਨੇ ਖਤਮ ਕਰ ਦਿੱਤੇ। ਸਤਿਗੁਰ ਆਪਣੇ ਕਉ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ। ਮੈਂ ਆਪਣੇ ਵਾਹਿਗੁਰੂ ਤੋਂ ਬਲਿਹਾਰੇ ਜਾਵਾਂ, ਕੁਰਬਾਨ ਜਾਵਾਂ ਉਹਦੇ ਉੱਤੋਂ ਦੀ। ਜਿਹਨੇ ਆਤਮ ਚੀਨ, ਆਪ ਕਹਿੰਦੇ ਨੇ ਮੈਨੂੰ ਆਪਣਾ ਜਾਣ ਕੇ
ਨਿਰੰਕਾਰ ਸੱਚੇ ਪਾਤਸ਼ਾਹ ਨੇ ਮੇਰੀ ਆਤਮਾ ਨੂੰ ਪ੍ਰਵਾਨ ਕੀਤਾ। ਕਿਦੋਂ ਕੀਤਾ? ਇੱਕਦਮ ਤਾਂ ਪ੍ਰਵਾਨ ਨਹੀਂ ਹੋ ਗਿਆ ਜਦੋਂ ਮੱਥਾ ਟੇਕਾ। ਕਹਿੰਦੇ ਪਰਮ ਰੰਗ ਮਾਨੀ, ਜਦੋਂ ਮੈਂ ਉਹਦੇ ਨਾਮ ਦਾ ਆਰਾਧਨਾ ਕੀਤੀ, ਨਾਮ ਜਪਿਆ, ਹਿਰਦੇ ਦੇ ਵਿੱਚ ਟਿਕਾਇਆ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਉੱਤੇ ਕਿਰਪਾ ਕੀਤੀ, ਜਦੋਂ ਮੈਂ ਨਾਮ ਦਾ ਆਨੰਦ ਪ੍ਰਾਪਤ ਕੀਤਾ, ਨਾਮ ਦਾ ਆਨੰਦ ਭੋਗਿਆ, ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਵਾਸਤੇ ਮੇਰੇ ਅੰਦਰੋਂ ਇਹ ਆਵਾਜ਼ ਆਈ, ਇਹ ਅਕਾਲ ਪੁਰਖ ਮੈਂ ਤਾਂ ਰੋਮ ਰੋਮ ਕਰਕੇ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ, ਅਹੰ ਬੁੱਧ ਤਿਨ ਸਗਲ ਤਿਆਗੀ। ਕਹਿੰਦੇ ਜਿਨ੍ਹਾਂ ਦੇ ਮੱਥੇ ਨੂੰ ਸਤਿਗੁਰ ਦੇ ਚਰਨਾਂ ਦੀ ਧੂੜ ਲੱਗ ਗਈ ਭਾਈ, ਉਹ ਹਉਮੈ ਵਾਲੀ ਬੁੱਧੀ ਜਿਹੜੀ ਸੀ, ਹੰਕਾਰ ਵਾਲੀ ਮਤ ਸੀ, ਸਾਰੀ ਨੱਠ ਗਈ, ਤਿਆਗ ਗਈ, ਉਹ ਵਿਛੋੜ ਗਈ ਸਾਨੂੰ। ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਰ ਬ੍ਰਹਮ ਤਾਂ ਤੇ ਮੋਹੇ ਡੀਠਾ। ਜਿਨ੍ਹਾਂ ਨੂੰ ਨਿਰੰਕਾਰ ਦਾ ਸ਼ਬਦ ਮਿੱਠਾ ਲੱਗਣਾ ਸ਼ੁਰੂ ਹੋ ਗਿਆ, ਉਸ ਸ਼ਬਦ ਦੇ ਨਾਲ ਪ੍ਰੇਮ ਪੈ ਗਿਆ, ਸ਼ਬਦ ਰੋਮ ਰੋਮ ਦੇ ਵਿੱਚ ਵਸਣਾ ਸ਼ੁਰੂ ਹੋ ਗਿਆ। ਕਹਿੰਦੇ ਉਹਨਾਂ ਨੇ ਕਿਰਪਾ, ਉਹਨਾਂ ਤੇ ਕਿਰਪਾ ਕੀਤੀ ਉਹ ਪਾਰ ਬ੍ਰਹਮ ਨੇ। ਉਹ ਕੀ ਹੋਏ? ਉਸ ਅਕਾਲ ਪੁਰਖ ਨੇ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਦਿੱਤੇ। ਮੈਂ ਉਹ ਪਰਿਪੂਰਨ ਪ੍ਰਮਾਤਮਾ ਨੂੰ ਅੱਖਾਂ ਦੇ ਨਾਲ ਦੇਖ ਲਿਆ, ਗੁਰੂ ਦੀ ਕਿਰਪਾ ਦੇ ਨਾਲ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੁਰੂ ਹੀ ਸੁੱਖਾਂ ਦੀ ਦਾਤ ਦੇਣ ਵਾਲਾ ਹੈ। ਸਾਰੇ ਸੁੱਖ ਗੁਰੂ ਨਿਰੰਕਾਰ ਦਾਤੇ ਦੇ ਕੋਲ ਹੈ। ਗੁਰੂ ਹੀ ਕਰਤਾਰ ਹੈ, ਪਰਮੇਸ਼ਰ ਹੈ। ਜੀ ਪ੍ਰਾਣ ਨਾਨਕ ਹਰ ਆਧਾਰ। ਇਸ ਕਰਕੇ ਇਹ ਸੰਸਾਰ ਦੇ ਜੀਵੋ ਉਸ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ, ਉਹਨੂੰ ਜੀ ਤੇ ਪ੍ਰਾਣਾਂ ਦਾ ਆਸਰਾ ਰੂਪੀ ਜਾਣ ਕੇ ਮੰਨ ਲੈ। ਗੌੜੀ ਮਹਲਾ ਪੰਜਵਾਂ, ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਜਾ ਕੇ ਊਣਾ ਕਛੂ ਨਾਹੇ। ਰੇ ਮਨ, ਹੁਣ ਜੀਵ ਮਨ ਨੂੰ ਸਮਝਾਉਂਦਾ, ਭਟਕਣਾ ਦੇ ਵਿੱਚੋਂ ਕਹਿੰਦਾ ਨਿਕਲਿਆ ਆ ਜਾ। ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਹੇ ਮੇਰੇ ਮਨਾ ਤੂੰ ਉਹ ਪ੍ਰਮਾਤਮਾ ਨੂੰ ਚਾਹਣਾ ਕਰ। ਪਰਮ ਆਹੇ ਦਾ ਮਤਲਬ ਹੁੰਦਾ ਚਾਹਣਾ। ਤੂੰ ਉਸ ਨੂੰ ਚਾਹਣਾ ਕਰ, ਉਸ ਦੇ ਨਾਲ ਉਸ ਨੂੰ ਪ੍ਰਾਪਤ ਕਰਨ ਦੇ ਹੀਲੇ ਵਸੀਲੇ ਕਰ। ਜਾਂ ਕਿ ਊਣਾ ਕਛੂ ਨਹੀਂ, ਜਿਹਦੇ ਸਾਰੇ ਪਦਾਰਥਾਂ ਦੇ ਵਿੱਚ ਕਦੀ ਊਣਤਾ ਹੀ ਨਹੀਂ ਆਉਂਦੀ। ਹਰਸਾ ਪ੍ਰੀਤਮ ਕਰ ਮਨ ਮੀਤ, ਪ੍ਰਾਣ ਆਧਾਰ ਰਾਖੋ ਸਦ ਚੀਤ। ਇਹ ਮੇਰੇ ਮਨਾ ਉਸ ਪ੍ਰੀਤਮ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾ ਲੈ। ਪ੍ਰਾਣ ਆਧਾਰ ਰਾਖੋ ਸਦ ਜੀਤ, ਜਿਹੜਾ ਪ੍ਰਾਣਾਂ ਦਾ ਆਸਰਾ ਹੈ, ਸਾਡੇ ਸਵਾਸ ਦੇਣ ਵਾਲਾ ਹੈ, ਸਾਡੀ ਆਤਮਾ ਦਾ ਜਿਹੜਾ ਰਖਵਾਲਾ ਹੈ, ਉਸ ਨੂੰ ਸਦਾ ਹੀ ਟਿਕਾ ਕੇ ਚਿੱਤ ਦੇ ਵਿੱਚ ਰੱਖ। ਰਹਾਉ ਰੇ ਮਨ ਮੇਰੇ ਤੂੰ ਤਾਂ ਕੋ ਸੇਵ, ਆਦ ਪੁਰਖ ਅਪਰੰਪਰ ਦੇਵ। ਇਹ ਮੇਰੇ ਮਨਾ ਸਦਾ ਉਹ ਪਾਰ ਬ੍ਰਹਮ ਵਾਹਿਗੁਰੂ ਦੀ ਸੇਵਾ ਕਰ। ਕੌਣ ਆ ਉਹ ਪਾਰ ਬ੍ਰਹਮ ਹੈ? ਕਹਿੰਦੇ ਆਦ ਪੁਰਖ ਅਪਰੰਪਰ ਦੇਵ। ਕਹਿੰਦੇ ਆਦ ਸ਼ੁਰੂਆਤ ਤੋਂ ਜਿਹਨੇ ਇਸ ਸੰਸਾਰ ਨੂੰ ਬਣਾਇਆ, ਉਹ ਜਿਹੜਾ ਹੈ ਸੰਸਾਰ ਨੂੰ ਬਣਾ ਕੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਉਹਨੇ ਬਣਾਇਆ, ਬ੍ਰਹਮਾ ਵਰਗਿਆਂ ਨੂੰ ਬਣਾਇਆ, ਉਹ ਸ਼ਿਵ ਵਰਗਿਆਂ ਨੂੰ ਬਣਾਇਆ। ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਵੱਡੇ ਵੱਡੇ ਦੇਵਤੇ ਆਦਿ ਕੋਈ ਸਾਰੇ ਬਣਾਏ। ਕਹਿੰਦੇ ਆਦ ਪੁਰਖ ਅਪਰੰਪਰ ਦੇਵ, ਇਹ ਸਾਰੇ ਦੇਵਤੇ ਉਹਦੇ ਹੀ ਬਣਾਏ ਹੋਣ। ਇਹ ਸਾਰਿਆਂ ਤੋਂ ਪਰੇ ਹੈ, ਉੱਪਰ ਹੈ। ਤਿਸ ਉਪਰ ਮਨ ਕਰ ਤੂੰ ਆਸਾ, ਆਦ ਜੁਗਾਦ ਜਾਂ ਕਾ ਪਰਵਾਸਾ। ਇਸ ਵਾਹਿਗੁਰੂ ਦੇ ਉੱਪਰ ਮੇਰੇ ਮਨਾ ਭਰੋਸਾ ਕਰਕੇ ਬਹਿ ਜਾ, ਜਿਹੜਾ ਆਦ ਜੁਗਾਦ, ਜਦੋਂ ਸ਼ੁਰੂਆਤ ਤੋਂ ਲੈ ਕੇ ਯੁੱਗਾਂ ਦੇ ਵਿੱਚ ਹੁਣ ਦੇ ਸਮੇਂ ਤੱਕ ਤੇ ਗਾਂ, ਹੁਣ ਆਪਾਂ ਨੂੰ ਗਿਆਨ ਕੋਈ ਨਹੀਂ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਹੜੇ ਰੂਪ ਦੇ ਵਿੱਚ ਰੱਖਣਾ। ਕਹਿੰਦੇ ਸਦਾ ਹੀ, ਔਰ ਜੋ ਗੁਰੂ ਜੀ ਕਹਿੰਦੇ ਨੇ ਆਦ ਸ਼ੁਰੂਆਤ ਜੁਗਾਦ ਯੁੱਗਾਂ ਦੇ ਵਿੱਚ, ਤੇ ਗਾਂ ਉਸ ਦਾ ਹੀ ਪ੍ਰਵਾਸਾ ਹੈ, ਉਸ ਦਾ ਹੀ ਸਾਰੇ ਜੀਵਾਂ ਨੂੰ ਭਰੋਸਾ ਆਸਰਾ ਹੈ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੇ ਗੁਰ ਮਿਲ ਸੋਏ। ਨਿਰੰਕਾਰ ਦੀ ਪ੍ਰੀਤ ਦੇ ਨਾਲ, ਪ੍ਰੇਮ ਪਾਉਣ ਦੇ ਨਾਲ ਸਦਾ ਹੀ ਜੀਵ ਨੂੰ ਸੁਖ ਹੁੰਦਾ ਹੈ ਭਾਈ। ਨਾਨਕ ਗਾਵੇ ਗੁਰ ਮਿਲ ਸੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਅਸੀਂ ਉਸ ਨੂੰ ਸਦਾ ਹੀ ਗਾ ਰਹੇ ਹਾਂ। ਸਰਗੁਣ ਸਰੂਪ ਚ ਕਹਿ ਰਹੇ ਨੇ,
ਪਰ ਆਪ ਖੁਦ ਅਕਾਲ ਪੁਰਖ ਨੇ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਸਾਡੇ ਉੱਤੇ। ਵਾਹਿਗੁਰੂ ਨੇ ਕਿਰਪਾ ਕੀਤੀ, ਆਪ ਜੀ ਦੀ ਸੇਵਾ ਕਰਨ ਦਾ ਇੰਨਾ ਸਮਾਂ ਬਖਸ਼ਿਸ਼ ਕੀਤਾ। ਮਿਹਰਬਾਨ ਨੇ ਅੱਜ ਇਹ ਸੇਵਾ ਸਾਡੀ ਆਪ ਜੀ ਨੇ ਪ੍ਰਵਾਨ ਕਰ ਲੈਣੀ। ਮੈਂ ਹਰ ਵਾਰੀ ਬੇਨਤੀ ਕਰਦਾ ਹੁੰਨਾ, ਸ਼ਾਇਦ ਤੁਸੀਂ ਕਈ ਵਾਰੀ ਬੋਰ ਵੀ ਹੋ ਜਾਣਾ ਸੁਣ ਕੇ ਵੀ ਇਹ ਹਰ ਵੇਲੇ ਇੱਕੋ ਗੱਲ ਹੀ ਕਹਿੰਦਾ, ਪਰ ਮੈਂ ਇਸ ਕਰਕੇ ਵਾਰ-ਵਾਰ ਇਹ ਗੱਲ ਕਹਿਣਾ ਕਿ ਜੋ ਕੁਛ ਨਿਰੰਕਾਰ ਨੇ ਸਾਡੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤਾ, ਉਹ ਸਤਿਗੁਰ ਸਾਰੇ ਸੰਸਾਰ ਦੇ ਉੱਤੇ ਰਹਿਮਤ ਕਰਕੇ ਉਹਨਾਂ ਨੇ ਦਿੱਤਾ ਹੋਇਆ। ਪਰ ਆਪਾਂ ਪਹਿਚਾਣ ਲਈਏ ਉਸ ਨੂੰ, ਆਪਾਂ ਜੀਵਨ ਸਫਲ ਕਰ ਲਈਏ। ਅਰਦਾਸਾਂ ਬੇਨਤੀਆਂ ਕਰਨ ਦੀ ਸਾਨੂੰ ਜਾਚ ਆ ਜਾਵੇ। ਸਤਿਗੁਰ ਦੇ ਕੋਲੋਂ ਕਿਹੜੀ ਚੀਜ਼ ਆ ਜਿਹੜੀ ਅਸੀਂ ਮੰਗ ਨਹੀਂ ਸਕਦੇ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪ ਨਾ ਦੇਹੋ ਤੇ ਲੇਹੋ ਮੰਗੇ। ਕਹਿੰਦੇ ਇੱਕ ਗੁਰਮੁਖ ਦੇ ਕੋਲ, ਗੁਰੂ ਦੇ ਪਿਆਰੇ ਦੇ ਕੋਲ, ਭਗਤ ਦੇ ਕੋਲ ਇੰਨਾ ਬਲ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਉਸ ਨੂੰ ਚਾਹੀਦੀ ਉਹ ਫਿਰ ਗੁਰੂ ਦੇ ਕੋਲੋਂ ਮੰਗ ਲਵੇ ਜੇ ਉਹਨੇ ਗੁਰੂ ਨਹੀਂ ਦੇ ਰਿਹਾ। ਇਹ ਨਿਰੰਕਾਰ ਵਾਰ-ਵਾਰ ਸਾਨੂੰ ਕਹਿੰਦੇ ਨੇ। ਭਗਤ ਕਬੀਰ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਨਾ, ਭੂਖੇ ਭਗਤ ਨਾ ਕੀਜੇ ਜੇ ਮਾੜਾ ਆਪਣੀ ਲੀਜੇ, ਮਹੋ ਮੰਗੋ ਸੰਤ ਨੇ ਨਾ ਮੈਂ ਨਾ ਹੀ ਕਿਸੇ ਕਰ ਦੇਣਾ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤੇ ਲੇਹੋ ਮੰਗੇ। ਇਹ ਨਿਰੰਕਾਰ ਜੀ ਤੇਰੇ ਨਾਲ ਮੈਨੂੰ ਸੰਗ ਨਹੀਂ। ਇਸ ਦਾ ਭਰੋਸਾ ਵੱਜ ਜਾਵੇ ਸਾਡੇ ਅੰਦਰ ਕਿ ਇਹੀ ਸਾਡੀ ਮਾਂ ਹੈ, ਇਹੀ ਸਾਡਾ ਪਿਓ ਹੈ, ਇਹੀ ਸਾਡੇ ਸਾਕ ਸੰਬੰਧੀ ਹੈ, ਇਹੀ ਸੰਸਾਰ ਦੇ ਉੱਤੇ ਸਾਡਾ ਰਖਵਾਲਾ ਤੇ ਇਹੀ ਪਰਲੋਕ ਦੇ ਵਿੱਚ ਸਾਡਾ ਰਖਵਾਲਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਆਪ ਜੀ ਨੇ, ਕਿਰਪਾ ਕਰਨੀ। ਆਪ ਨੇ ਇਹ ਵੀ ਅਧਿਆਇ ਨੂੰ ਪ੍ਰਵਾਨ ਕਰ ਲੈਣਾ। ਫਿਰ ਨਿਰੰਕਾਰ ਜੀ ਜਦੋਂ ਹੁਕਮ ਲਾਉਣਗੇ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਛੁੱਟੀਆਂ ਬਖਸ਼ਿਸ਼ ਕਰੋ। ਫਤਿਹ ਬੁਲਾਓ ਗੁਰਮੁਖ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।